ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਤੂੰ ਚਾਉ ਸੱਜਣ ਮੈਂਡਿਆ, ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਸਾਜਣ ਤੇਰੇ ਚਰਨ ਕੀ, ਹੋਏ ਰਹਾ ਸਦ ਧੂਰ। ਨਾਨਕ ਸਰਣ ਤੁਹਾਰੀਆ, ਪੇਖਾਓ ਸਦਾ ਹਜੂਰ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਤਿਸ ਗੁਰ ਕਉ ਸਿਮਰਾਓ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਣ ਗਾਵੈ ਵੇਰੋਗ ਸਰੀਰ, ਕਿਉ ਨਾ ਮਿਲੈ ਕਾਟਹਿ ਮਨ ਪੀਰ। ਵੇਣ ਗਾਵੈ ਵੇਰੋਗ ਸਰੀਰ, ਕਿਉ ਨਾ ਮਿਲੈ ਕਾਟਹਿ ਮਨ ਪੀਰ। ਵਾਟ ਵਟਾਉ ਆਵੈ ਜਾਏ, ਕਿਆ ਦੇ ਆਇਆ ਕਿਆ ਪੱਲੇ ਪਾਏ। ਵੇਣ ਗਾਵੈ ਟੋਟਾ ਸਭ ਪਾਏ, ਲਾਹਾ ਮਿਲੈ ਜਾ ਤੇ 부ਝਾਏ। ਵਣਜ ਵਾਪਾਰ ਵਣਜ ਵਾਪਾਰੀ, ਵੇਣ ਗਾਵੈ ਕੈਸੀ ਪੰਡ ਸਾਰੀ। ਵਣਜ ਵਾਪਾਰ ਵਣਜ ਵਾਪਾਰੀ, ਵੇਣ ਗਾਵੈ ਕੈਸੀ ਪੰਡ ਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਅੰਤਰਜਾਮੀ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਛੋਹ ਦੇ ਨਾਲ ਨਵਾਜੀ ਹੋਈ ਧਰਤੀ, ਸਾ ਧਰਤੀ ਭਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਸੁਲਤਾਨਪੁਰ ਲੋਧੀ ਦੀ ਧਰਤੀ, ਗੁਰੂ ਸਾਹਿਬ ਜੀ का पावन पवित्र अस्थान गुरुद्वारा श्री बेर साहिब। सतगुरां दी पावन हजूरी अंदर अमृत वेले दे सजे हुए सुंदर दीवान, पंज बाणियां दा नितनेम, उपरंत गुरु महाराज साहब जी दे पावन प्रकाश की सेवा, आसा की वार दा कीर्तन सतगुरां दी पावन हजूरी अंदर होया है। लड़ीवार रूप विच अज दा जो पावन उपदेश सतगुरु जी बख्शिश कर रहे हैं,
ਦੱਖਣੀ ਓੰਕਾਰ ਬਾਣੀ ਦੁਆਰਾ ਮਹਾਰਾਜ ਸਾਹਿਬ ਜੀ ਇਹ 16ਵੀਂ ਪੌੜੀ, ਜਿਸ ਦਾ ਅਸੀਂ ਪਾਵਨ ਪਾਠ ਸਰਵਣ ਕੀਤਾ ਹੈ, 931 ਅੰਗ ਤੇ ਇਹ ਪਵਿੱਤਰ ਬਚਨ ਸੋਭਨੀਕ ਹੈ। ਇਹ ਸਮਰਥ ਬਾਣੀ ਦੀਆਂ ਸਾਰੀਆਂ 54 ਪੌੜੀਆਂ ਹਨ। ਮਹਾਰਾਜ ਸਾਹਿਬ ਜੀ ਨੇ ਇੱਕ ਪੌੜੀ ਦੇ ਦੁਆਰਾ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੇੜ ਨਾਵੈ ਵੇਰੋਧ ਸਰੀਰ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਨਾਮ ਤੋਂ ਬਿਨਾਂ ਇਹ ਸਾਡਾ ਜੀਵਾਂ ਦਾ ਸਰੀਰ ਵੀ ਸਾਡਾ ਵਿਰੋਧੀ ਬਣ ਜਾਂਦਾ। ਵਿਣ ਨਾਵੈ, ਜੇ ਅਸੀਂ ਨਾਮ ਨਹੀਂ ਜਪਦੇ ਹਾਂ, ਨਾਮ ਦੇ ਨਾਲ ਨਹੀਂ ਜੁੜਦੇ ਹਾਂ, ਵਿਰੋਧ ਸਰੀਰ, ਇਹ ਸਰੀਰ ਵੀ ਫਿਰ ਸਾਡੇ ਨਾਲ ਵੈਰ ਵਿਰੋਧ ਕਰਨ ਲੱਗ ਪੈਂਦਾ। ਇਹ ਅੱਖਾਂ ਵੀ ਵਿਰੋਧੀ ਬਣ ਜਾਂਦੀਆਂ, ਕੰਨ ਵੀ ਵਿਰੋਧੀ ਬਣ ਜਾਂਦੇ, ਰਸਨਾ ਵੀ ਵਿਰੋਧੀ ਬਣ ਜਾਂਦੀ, ਨਾਸਕਾਂ ਵੀ ਵਿਰੋਧੀ ਬਣ ਜਾਂਦੀਆਂ, ਹੱਥ ਵੀ ਵਿਰੋਧੀ ਬਣ ਜਾਂਦੇ, ਪੈਰ ਵੀ ਵਿਰੋਧੀ ਬਣ ਜਾਂਦੇ, ਸਾਰਾ ਕੁਝ ਹੀ ਵਿਰੋਧੀ ਬਣ ਜਾਂਦਾ। ਨਾਮ ਹੀ ਸਭ ਨੂੰ ਕਾਬੂ ਕਰਕੇ ਰੱਖਣ ਵਾਲਾ ਹੈ, ਨਾਮ ਹੀ ਮਰਿਆਦਾ ਵਿੱਚ ਰੱਖਣ ਵਾਲਾ ਹੈ। ਨਹੀਂ ਤਾਂ ਇਹ ਸਰੀਰ, ਜਦੋਂ ਸਰੀਰ ਕਹਿ ਦਿੱਤਾ ਜਾਂਦਾ ਹੈ ਤੇ ਸਾਰਾ ਕੁਝ ਵਿੱਚ ਹੀ ਆ ਜਾਂਦਾ, ਕਿਉਂਕਿ ਸਰੀਰ ਦੇ ਵਿੱਚ ਹੀ ਮਨ ਹੈ, ਸਰੀਰ ਦੇ ਵਿੱਚ ਇੰਦਰੀਏ ਹਨ, ਗਿਆਨ ਇੰਦਰੀਏ, ਕਰਮ ਇੰਦਰੀਏ, ਇਹ ਸਾਰੇ ਫਿਰ ਵਿਰੋਧੀ ਬਣ ਜਾਂਦੇ। ਅੱਖਾਂ ਕਿਵੇਂ ਵਿਰੋਧੀ ਬਣਦੀਆਂ? ਇਹ ਵਕਾਰ ਦ੍ਰਿਸ਼ਟੀ ਦੇ ਨਾਲ ਵੇਖਣ ਲੱਗ ਪੈਂਦੀਆਂ, ਬੇਗਾਨਾ ਰੂਪ ਤੱਕਣ ਵਾਲੀਆਂ ਹੋ ਜਾਂਦੀਆਂ। ਇਸ ਤਰ੍ਹਾਂ ਇਹ ਵਿਰੋਧ ਕਰਦੀਆਂ ਆਤਮਿਕ ਜੀਵਨ ਦਾ। ਇਹ ਸਤ ਸੰਗਤ ਵਿੱਚ ਬੈਠਿਆਂ ਵੀ ਬੇਗਾਨਾ ਰੂਪ ਤੱਕਣ ਵਾਸਤੇ ਜਾਂਦੀਆਂ। ਭੁੱਖੇ ਬਾਜਾਂ ਦੀ ਤਰ੍ਹਾਂ, ਜਿਵੇਂ ਭੁੱਖੇ ਬਾਜ ਪੰਛੀਆਂ ਦੇ ਉੱਤੇ ਝਪਟ ਮਾਰ ਕੇ ਪੈਂਦੇ, ਇਸ ਤਰ੍ਹਾਂ ਇਹ ਅੱਖਾਂ ਬੇਗਾਨਾ ਰੂਪ ਤੱਕਣ ਵੱਲ ਨੂੰ ਭੱਜਦੀਆਂ। ਇਹ ਇਹਨਾਂ ਦਾ ਵਿਰੋਧ ਹੈ। ਤੇ ਕੰਨ ਕਿਵੇਂ ਵਿਰੋਧੀ ਬਣਦੇ? ਕੰਨ ਝੂਠ, ਨਿੰਦਿਆ, ਚੁਗਲੀ ਸੁਣਨ ਦੇ ਵਿੱਚ ਜੋ ਤਤਪਰ ਰਹਿੰਦੇ ਹਨ, ਇਸ ਤਰ੍ਹਾਂ ਇਹ ਵਿਰੋਧੀ ਬਣ ਜਾਂਦੇ। ਇਹ ਬਾਹਰ ਚੱਲਦੇ ਹਨ, ਝੂਠੇ ਬੋਲ ਸੁਣਨ ਦੇ ਵਿੱਚ ਮਸਤ ਰਹਿੰਦੇ, ਨਿੰਦਿਆ ਸੁਣਨ ਦੇ ਵਿੱਚ ਇਹਨਾਂ ਨੂੰ ਸਵਾਦ ਆਉਂਦਾ ਹੈ, ਚੁਗਲੀ ਸੁਣਨ ਦੇ ਵਿੱਚ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਇਹ ਕੰਨ ਵਿਰੋਧੀ ਬਣ ਜਾਂਦੇ। ਨਾਸਕਾਂ ਵੀ, ਰਸਨਾ ਵੀ ਵਿਰੋਧੀ ਬਣ ਜਾਂਦੀ। ਇਹ ਰਸਨਾ ਵੀ ਫਿਰ ਆਪੇ ਤੋਂ ਬਾਹਰ ਹੀ ਹੋ ਜਾਂਦੀ ਹੈ। ਬੋਲਣ ਲੱਗਿਆ ਵੀ ਨਹੀਂ ਵੇਂਦੀ ਵੀ ਕੀ ਬੋਲਣਾ ਹੈ, ਤੇ ਖਾਣ ਲੱਗਿਆ ਵੀ ਨਹੀਂ ਵੇਂਦੀ ਵੀ ਕੀ ਖਾਣਾ ਹੈ। ਜਿਸ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਕਥਨ ਕੀਤਾ ਹੈ ਨਿਤਨੇਮ ਦੀ ਬਾਣੀ ਵਿੱਚ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ।
कि जिन्ना चिर तेरे पल्ले नाम ना पिया, हरी रस ना पिया, उन्ना चिर तेरी प्यास नहीं बुझनी, तेरी तेह नहीं जानी, जिन्ने मर्जी पदार्थ चख ला, जिचर हर रस पल्ले ना पाए। इस करके नाम तो बिना ये रसना भी विरोधी चलती है, नाम तो बिना पैर भी विरोधी हो जाते, एक संगत वाल नूं लैके जाते। नाम तो बिना हथ भी विरोधी हो जाते हैं, चोरी चारी भी कर लेंदे, होर भी पुठे पासे चल पैंदे, गलत सैड भी कर देंदे, खो खिंज भी लेंदे। इसे तरह नाम तो बिना मन भी विरोधी हो जाता, गलत फुरने पैदा होंदे रहंदे, गलत ख्याल पैदा होंदे रहंदे। तो महाराज साहब कहते कि ये शरीर दे विच विरोध ही पैदा हो जाता है, ਇਹਦੇ ਵਿੱਚ ਹੀ ਤੇ ਨਾਮ ਹੀ ਹੈ ਜੋ ਸਾਰੀਆਂ ਇੰਦਰੀਆਂ ਨੂੰ ਵੀ ਸ਼ਾਂਤ ਕਰਕੇ ਰੱਖਦਾ ਹੈ, ਮਨ ਨੂੰ ਵੀ ਸ਼ਾਂਤ ਕਰਕੇ ਰੱਖਦਾ ਹੈ, ਵਿਕਾਰਾਂ ਨੂੰ ਵੀ ਸ਼ਾਂਤ ਕਰਕੇ ਰੱਖਦਾ ਹੈ। ਤੇ ਜਿਨ੍ਹਾਂ ਉੱਤੇ ਬਹੁਤੀ ਗੁਰੂ ਕੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੋਂ ਮਹਾਰਾਜ ਨਾਮ ਦਾ ਅਭਿਆਸ ਕਰਵਾਉਂਦੇ ਹਨ, ਫਿਰ ਉਹਨਾਂ ਦੇ ਅੰਦਰੋਂ ਸ਼ਾਂਤ ਕੀ ਅੰਦਰੋਂ ਮਾਰ ਹੀ ਦਿੰਦੇ ਆ, ਮਾੜੇ ਫੁਰਨੇ ਜਿਹੜੇ ਉਹ ਮਾਰ ਹੀ ਦਿੰਦੇ। ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਲੋਭ ਦਾ ਫੁਰਨਾ, ਮੋਹ ਦਾ ਫੁਰਨਾ, ਹੰਕਾਰ ਦਾ ਫੁਰਨਾ, ਝੂਠ, ਨਿੰਦਿਆ, ਚੁਗਲੀ, ਈਰਖਾ, ਕਿੰਨੇ ਖਿਆਲ ਪੈਦਾ ਹੁੰਦੇ ਰਹਿੰਦੇ ਆ। ਤੇ ਨਾਮ ਦੁਆਰਾ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਮਾਰ ਹੀ ਦਿੰਦੇ। ਇਸੇ ਨੂੰ ਆਖਿਆ ਵੀ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰਿਆ। ਮਨ ਨੂੰ ਮਾਰਨਾ ਕੀ ਹੈ? ਖਿਆਲਾਂ ਨੂੰ ਮਾਰਨਾ, ਫੁਰਨਿਆਂ ਨੂੰ ਮਾਰਨਾ। ਤੇ ਫੁਰਨਾ ਇੱਕ ਬੀਜ ਰੂਪ ਆ, ਬੀਜ ਵਿੱਚੋਂ ਹੀ ਦਰਖਤ ਨਿਕਲਦਾ। ਬੀਜ ਹੀ ਬੀਜਿਆ ਜਾਂਦਾ, ਉਹਦੇ ਵਿੱਚੋਂ ਵੇਖੋ ਨਿੱਕਾ ਜਿਹਾ ਬੀਜ ਹੁੰਦਾ ਹੈ ਬੋਹੜ ਦਾ, ਇੱਕ ਗੋਲ ਦੇ ਵਿੱਚ ਸੈਂਕੜੇ ਬੀਜ ਹੁੰਦੇ, ਇੱਕ ਨਿੱਕਾ ਜਿਹਾ ਬੀਜ ਕਿੱਡਾ ਵੱਡਾ ਉਹਦੇ ਵਿੱਚੋਂ ਬੋਹੜ ਨਿਕਲ ਆਉਂਦਾ। ਇਸੇ ਤਰ੍ਹਾਂ ਫੁਰਨਾ ਭਾਵੇਂ ਛੋਟਾ ਜਿਹਾ ਹੀ ਆ, ਪਰ ਫੁਰਨੇ ਵਿੱਚੋਂ ਹੀ ਸਾਰਾ ਕੁਝ ਨਿਕਲਦਾ। ਆ ਜਿੰਨਾ ਸੰਸਾਰ ਹੈ, ਕਰੋੜਾਂ ਖੰਡ ਬ੍ਰਹਿਮੰਡ ਆ, ਇਹ ਪਰਮੇਸ਼ਰ ਦੇ ਫੁਰਨੇ ਚੋਂ ਨਿਕਲਿਆ। ਉਹਨੇ ਫੁਰਨਾ ਹੀ ਕੀਤਾ, ਇੱਕ ਤੋਂ ਮੈਂ ਬਹੁਤੇ ਹੋਵਾਂ। ਇੱਕ ਬੋਲ ਹੀ ਫਿਰ ਬੋਲਿਆ, ਫੁਰਨਾ ਪਹਿਲੋਂ ਫੁਰਿਆ, ਫਿਰ ਬੋਲ ਬੋਲਿਆ, ਤੇ ਫਿਰ ਕੀਤਾ ਪਸਾਓ ਇੱਕੋ ਖਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਫੁਰਨੇ ਚੋਂ ਸਾਰਾ ਕੁਝ ਫੁਰਨਾ ਹੀ ਪਹਿਲੋਂ, ਤੇ ਫੁਰਨਾ ਹੀ ਪੈਦਾ ਹੁੰਦਾ ਨਾ, ਖਿਆਲ ਹੀ ਪੈਦਾ ਹੁੰਦਾ, ਤੇ ਫਿਰ ਹੀ ਜੋ ਕੁਝ ਕੀਤਾ ਜਾਂਦਾ। ਇਸ ਕਰਕੇ ਇਹ ਫੁਰਨੇ ਨੂੰ ਹੀ ਮਾਰਨਾ, ਮਨ ਨੂੰ ਮਾਰਨਾ। ਤਾਂ ਮਹਾਰਾਜ ਸਾਹਿਬ ਨੇ ਆਖਿਆ ਜਿਹੜੇ ਗੁਰੂ ਕੀ ਸ਼ਰਨ ਵਿੱਚ ਪਾਏ, ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰਨਾ ਕੀਤਾ। ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਦੇ ਨਾਲ, ਸ਼ਬਦ ਦੀ ਕਸਵੱਟੀ ਤੇ ਲਾ ਕਰਕੇ, ਸ਼ਬਦ ਦਾ ਅਭਿਆਸ ਕਰਕੇ, ਗੁਰੂ ਕੀ ਕਿਰਪਾ ਦੇ ਨਾਲ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰਿਆ, ਮਨ ਦੇ ਮੰਦੇ ਸੁਭਾਅ ਨੂੰ ਮਾਰਿਆ। ਉਂਝ ਸੌਖਾ ਨਹੀਂ ਹੈ ਮਨ ਨੂੰ ਮਾਰਨਾ। ਮਹਾਰਾਜ ਨੇ ਆਖਿਆ ਔਖਾ ਹੈ, ਕਠਿਨ ਹੈ, ਮਨ ਮਾਰ ਲੈਂਦਾ ਹੈ। ਇਹ ਝਗੜਾ ਚੱਲਦਾ ਹੈ ਗੁਰਮੁਖਾਂ ਦਾ ਮਨ ਦੇ ਨਾਲ। ਗੁਰਮੁਖ ਮਨ ਨੂੰ ਜਿੱਤਦੇ ਆ। ਤਾਂ ਮਹਾਰਾਜ ਕਹਿੰਦੇ ਜੇ ਮਨ ਨੂੰ ਨਾ ਜਿੱਤਿਆ ਤੇ ਮਨ ਨੇ ਜਿੱਤ ਲੈਣਾ, ਫਿਰ ਇਹ ਮਨ ਜਿੱਤ ਲੈਂਦਾ। ਜਿਸ ਨੂੰ ਮਨ ਜਿੱਤ ਲਵੇ, ਮਹਾਰਾਜ ਕਹਿੰਦੇ ਉਹ ਮਨਮੁਖ ਹੈ। ਜਿਹੜਾ ਮਨ ਨੂੰ ਜਿੱਤ ਲਵੇ ਉਹ ਗੁਰਮੁਖ ਹੈ। ਜਿਸ ਨੂੰ ਮਨ ਜਿੱਤ ਲਵੇ ਉਹ ਮਨਮੁਖ, ਜਿਹੜਾ ਮਨ ਨੂੰ ਜਿੱਤ ਲਵੇ ਉਹ ਗੁਰਮੁਖ। ਪਰ ਮਨ ਨੂੰ ਕਿਵੇਂ ਜਿੱਤਿਆ ਜਾਵੇਗਾ? ਆਪਣੇ ਜ਼ੋਰ ਨਾਲ ਨਹੀਂ ਜਿੱਤਿਆ ਜਾਂਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਪੂਰੀ ਗੁਰੂ ਕੀ ਕਿਰਪਾ ਹੋਵੇ, ਪੂਰੀ ਬਖਸ਼ਿਸ਼ ਹੋਵੇ ਤੇ ਮਨ ਕਾਬੂ ਆਉਂਦਾ ਹੈ। ਨਹੀਂ ਤਾਂ ਇਹ ਤਾਂ ਵੱਡੇ ਵੱਡੇ ਜੋਗੀਆਂ ਦੇ ਕੋਲੋਂ ਵੀ ਕਾਬੂ ਨਹੀਂ ਆਇਆ। ਗੋਰਖਨਾਥ ਦਾ ਗੁਰੂ ਹੈ ਮਛੰਦਰਨਾਥ ਜੋਗੀ, ਤੇ ਉਹ ਮਛੰਦਰਨਾਥ ਜੋਗੀ
बड़ा जप किया, तप किया, रिद्धियां सिद्धियां प्राप्त होईयां। शरीर समेत उड जाया करते सी एक थां तो दूजे थां तक। ते सिद्धियां दे विच ये बल है, जिदों सिद्धियां प्राप्त हो जाण वो फिर एक थां तो गुप्त होकर दूजे थां ते प्रगट भी हो जाता है। वो शरीर समेत उड भी जाता है। ये सिद्ध उड भी जाया करते सन। ਆਪਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਰਸਨਾ ਦਾ ਬਚਨ ਪੜ੍ਹਦੇ ਹਾਂ ਸ੍ਰੀ ਰਾਗ ਦੇ ਅੰਦਰ। ਉੱਥੇ ਮਹਾਰਾਜ ਨੇ ਸਿੱਧੀਆਂ ਦਾ ਜ਼ਿਕਰ ਕੀਤਾ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ। ਪਰ ਮਹਾਰਾਜ ਨੇ ਆਖਿਆ ਵੀ ਨਾਮ ਨਾ ਵਿਸਰੇ, ਨਾਮ ਨਾ ਭੁੱਲੇ। ਜਿਹੜੇ ਸਿੱਧ ਸੀ ਉਹਨਾਂ ਕੋਲ ਇੰਨੀ ਤਾਕਤ ਹਾਸਲ ਹੋ ਗਈ, ਸਵਾਸ ਦਸਮ ਦੁਆਰ ਵਿੱਚ ਚੜਾ ਲੈਂਦੇ ਆ, ਕਿੰਨਾ ਕਿੰਨਾ ਸਮਾਂ ਸਮਾਧੀ ਵਿੱਚ ਬੈਠੇ ਰਹਿੰਦੇ, ਪਰ ਮਨ ਫਿਰ ਵੀ ਕਾਬੂ ਨਹੀਂ ਆਉਂਦਾ। ਯੋਗੀ ਮਛੰਦਰਨਾਥ 18 ਸਿੱਧੀਆਂ ਦੇ ਵਿੱਚੋਂ ਇੱਕ ਇਸ ਤਰ੍ਹਾਂ ਦੀ ਸਿੱਧੀ ਆ ਵੀ ਦੂਜੇ ਦੇ ਸਰੀਰ ਵਿੱਚ ਵੀ ਪ੍ਰਵੇਸ਼ ਕਰ ਜਾਣਾ। ਪਰ ਕਾਇਆ ਪ੍ਰਵੇਸ਼ ਸਿੱਧੀ। ਤਾਂ ਅਮਰੂ ਰਾਜੇ ਦੀ ਮ੍ਰਿਤਕ ਦੇਹ ਵਿੱਚ ਪ੍ਰਵੇਸ਼ ਕਰ ਗਿਆ ਮਛੰਦਰਨਾਥ, ਤੇ ਰਾਣੀਆਂ ਦੇ ਵਿਸ਼ੇ ਭੋਗਦਾ ਹੈ। ਉਹ ਬਾਲ ਗੁੰਦਾਈ ਮਹਾਤਮਾ ਦੀ ਜਿਸ ਵੇਲੇ ਗੋਸ਼ਟੀ ਹੋਈ ਗੋਰਖਨਾਥ ਦੇ ਨਾਲ, ਗੱਲਾਂ ਬਾਤਾਂ ਕਰਦੇ ਉਹਨੇ ਕਿਹਾ, ਜਾ ਓਏ ਗੋਰਖਨਾਥਾ, ਚਰਚਾ ਬਾਅਦ ਚ ਕਰੀ, ਮੇਰੇ ਨਾਲ ਪਹਿਲਾਂ ਆਪਦੇ ਗੁਰੂ ਨੂੰ ਸੰਭਾਲ ਜਾ ਕੇ, ਵੇਖ ਤੇਰਾ ਗੁਰੂ ਕੀ ਕਰਦਾ ਹੈ। ਉਹ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਵਕਾਰ ਭੋਗਦਾ ਪਿਆ ਹੈ। ਫਿਰ ਉੱਥੇ ਜਾਂਦਾ ਅਗਲੇ ਪਾਸੇ ਉਹਨੇ ਇਹ ਹੁਕਮ ਕੀਤਾ ਹੋਇਆ ਵੀ ਇਸ ਇਲਾਕੇ ਦੇ ਵਿੱਚ ਕੋਈ ਕੰਨ ਪਾਟਾ ਜੋਗੀ ਨਾ ਆਵੇ। ਕੰਨ ਪਾਟਾ ਜੋਗੀ ਤਾਂ ਫਿਰ ਪੱਗ ਬੰਨ੍ਹ ਕਰਕੇ ਆਪਣਾ ਮੁੰਦਰਾਂ ਵਾਲਾ ਕੰਨ ਜਿਹੜਾ ਵਾ ਉਹ ਪੱਗ ਦੇ ਵਿੱਚ ਦੇ ਕਰਕੇ ਤਬਲਾ ਸਿੱਖ ਕੇ ਉੱਥੇ ਗਿਆ ਗੋਰਖਨਾਥ। ਉਹ ਅਮਰੂ ਰਾਜੇ ਦੀ ਸਭਾ ਦੇ ਵਿੱਚ ਜਾ ਕਰਕੇ ਤਬਲੇ ਦੀ ਤਾਲ ਵਜਾਏ, ਉਹ ਤਾਣ ਲਾਈ। ਫਿਰ ਮਛੰਦਰਨਾਥ ਨੂੰ ਉੱਥੋਂ ਕੱਢ ਕੇ ਅਮਰੂ ਰਾਜੇ ਦੀ ਦੇਹ ਵਿੱਚੋਂ ਲੈ ਕੇ ਆਇਆ ਤੇ ਬਾਬਾ ਜੀ ਦੀ ਸ਼ਰਨ ਵਿੱਚ ਲਿਆ ਕੇ ਪਾਇਆ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ। ਫਿਰ ਬੇਨਤੀ ਕੀਤੀ, ਮਹਾਰਾਜ ਇਹ ਮੇਰਾ ਗੁਰੂ ਆ ਮਛੰਦਰਨਾਥ, ਬੜਾ ਯੋਗਾ ਅਭਿਆਸ ਕੀਤਾ ਇਹਨੇ ਤੇ ਇਹਦੇ ਤੋਂ ਹੀ ਅਸੀਂ ਸਿੱਖਿਆ, ਤੇ ਆਹ ਕੁਝ ਕਰਦਾ ਫਿਰਦਾ, ਇਹਦਾ ਇਤਿਹਾਸ ਆ ਤੇ ਆ ਇਹਦੇ ਕਾਰਨਾਮੇ, ਤੇ ਕਿਰਪਾ ਕਰੋ ਇਹਦੇ ਤੇ ਮਹਾਰਾਜ। ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਰਾਮ ਕਲੀ ਰਾਗ ਦਾ ਸ਼ਬਦ ਉਚਾਰਨ ਕੀਤਾ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾ ਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੈ ਨਹਿ ਡੋਲੇ। ਮਹਾਰਾਜ ਨੇ ਆਖਿਆ ਵੀ ਮਛੰਦਰਨਾਥਾ ਸੋਣਾ, ਇਹਨਾਂ ਪੰਜਾਂ ਨੂੰ ਵਸ ਕਰ, ਮਨ ਨੂੰ ਕਾਬੂ ਕਰ। ਵੇਖੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਫਿਰ ਮਛੰਦਰਨਾਥ ਦਾ ਮਨ ਸ਼ਾਂਤ ਕੀਤਾ। ਨਹੀਂ ਤੇ ਇੰਨੀ ਤਾਕਤ ਵੀ ਬੰਦੇ ਕੋਲੇ ਹੋ ਜਾਣੀ, ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਣੀਆਂ, ਯੋਗਾ ਅਭਿਆਸੀ ਵੀ ਹੋ ਜਾਣਾ, ਪਰ ਮਨ ਫਿਰ ਵੀ ਨਹੀਂ ਖਲੋਂਦਾ, ਮਨ ਫਿਰ ਵੀ ਨਹੀਂ ਜਿੱਤਿਆ ਜਾਂਦਾ, ਫਿਰ ਵੀ ਵਿਸ਼ੇ ਵਿਕਾਰਾਂ ਵਿੱਚ ਧੋਈ ਫਿਰਦਾ। ਤਾਂ ਹੀ ਮਹਾਰਾਜ ਨੇ ਆਖਿਆ ਕਿ ਗੁਰੂ ਕੀ ਕਿਰਪਾ ਹੋਵੇ ਤੇ ਮਨ ਵਸ ਵਿੱਚ ਆਉਂਦਾ ਏ, ਨਹੀਂ ਤੇ ਮਨ ਕਿੱਥੇ ਕਾਬੂ ਆਉਂਦਾ। ਜੇ ਮਨ ਨਹੀਂ ਕਾਬੂ ਆਉਂਦਾ ਤੇ ਫਿਰ ਤਨ ਵੀ ਕਾਬੂ ਨਹੀਂ ਆਉਂਦਾ। ਮਨ ਤਾਂ ਡਰਾਈਵਰ ਵਾ, ਤਨ ਨੂੰ ਚਲਾਉਣ ਵਾਲਾ। ਹੁਣ ਡਰਾਈਵਰ ਦੀ ਮਰਜ਼ੀ ਆ ਨਾ, ਗੱਡੀ ਨੂੰ ਜਿਹਨੂੰ ਮਰਜ਼ੀ ਲੈ ਜਾਵੇ, ਤੇਜ਼ ਭਜਾਵੇ, ਹੌਲੀ ਕਰੇ, ਸੱਜੇ ਖੜੇ ਖੱਬੇ ਖੜੇ, ਭਾਵੇਂ ਐਕਸੀਡੈਂਟ ਕਰਾ ਦੇ। ਕਈ ਡਰਾਈਵਰ ਐਸੇ ਵੀ ਆ ਉਹ ਜਾਣ ਬੁੱਝ ਕੇ ਵੀ ਐਕਸੀਡੈਂਟ ਕਰਾ ਦਿੰਦੇ, ਜਿਹੜੇ ਤੇਲ ਤੂਲ ਵਰਗਾ ਗੱਡੀਆਂ ਚਲਾਉਂਦੇ ਜਾਂ ਹੋਰ ਲੰਮੇ ਰੂਟਾਂ ਤੇ ਚਲਾਉਂਦੇ ਨਾ, ਉਹ ਕਈ ਵਾਰੀ ਦੱਸ ਵੀ ਦਿੰਦੇ, ਕਹਿੰਦੇ ਵੀ ਜਦੋਂ ਪਲਟਾਉਣੀ ਹੋਵੇ ਖੱਡ ਜੀ 'ਚ ਇਸ ਤਰੀਕੇ ਨਾਲ ਸੁੱਟ ਦੇਈਦੀ ਉੱਥੇ। ਉਹ ਆਪ ਵੀ ਐਕਸੀਡੈਂਟ ਕਰਾ ਦਿੰਦੇ ਕਈ, ਇੱਕ ਤਾਂ ਜਾਣ ਬੁੱਝ ਕੇ,
ਕਹਿਣ ਤੋਂ ਭਾਵ ਇਹ ਕਿ ਸਰੀਰ ਦਾ ਡਰਾਈਵਰ ਤੇ ਮਨ ਹੀ ਆ ਨਾ। ਮਨ ਜਿੱਧਰ ਨੂੰ ਕਹਿੰਦਾ ਵਾ ਤਨ ਉਧਰ ਨੂੰ ਤੁਰ ਪੈਂਦਾ ਹੈ। ਜੇ ਮਨ ਵਸ ਵਿੱਚ ਆਇਆ ਤੇ ਤਨ ਵੀ ਵਸ ਵਿੱਚ ਆਵੇਗਾ। ਜੇ ਮਨ ਨਹੀਂ ਕਾਬੂ ਆਇਆ ਤੇ ਤਨ ਨੇ ਕਿਸ ਤਰ੍ਹਾਂ ਕਾਬੂ ਆਉਣਾ। ਮਨ ਅੰਦਰੋਂ ਭੱਜ ਦੌੜ ਕਰਦਾ ਹੈ, ਮਨ ਵਿੱਚ ਚੰਚਲਤਾ ਹੈ, ਮਨ ਵਿੱਚ ਮੈਲ ਹੈ, ਮਨ ਵਿੱਚ ਚੰਚਲਤਾ, ਮਨ ਵਿੱਚ ਭੱਜ ਦੌੜ ਹੈ। ਤੇ ਫਿਰ ਮਨ ਅੱਖਾਂ ਨੂੰ ਵੀ ਭਜਾਈ ਫਿਰਦਾ, ਕੰਨਾਂ ਨੂੰ ਵੀ ਭਜਾਈ ਫਿਰਦਾ, ਰਸਨਾਂ ਨੂੰ ਵੀ ਭਜਾਈ ਫਿਰਦਾ, ਹੱਥਾਂ ਪੈਰਾਂ ਨੂੰ ਵੀ ਭਜਾਈ ਫਿਰਦਾ, ਸਰੀਰ ਨੂੰ ਵੀ ਬੇਲਗਾਮਾ ਹੀ ਕਰੀ ਫਿਰਦਾ। ਤੋ ਸਤਿਗੁਰੂ ਜੀ ਨੇ ਉਪਦੇਸ਼ ਦੇ ਕਰਕੇ ਫਿਰ ਮਛਿੰਦਰ ਨਾਥ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਸੀ ਵੀ ਵੇਖ ਕਿੰਨਾ ਜਪ ਤਪ ਕੀਤਾ, ਕਿੰਨਾ ਧੂਣੀਆਂ ਤਾਈਆਂ, ਜੰਗਲਾਂ ਦੇ ਵਿੱਚ ਸਮਾਧੀਆਂ ਲਾਈਆਂ, ਪਹਾੜਾਂ ਵਿੱਚ ਕਿੰਨਾ ਸਮਾਂ ਗੁਜ਼ਾਰਿਆ, ਪਹਾੜਾਂ ਦੇ ਖੂੰਜਿਆਂ ਦੇ ਵਿੱਚ। ਤੇ ਜੇ ਆਹ ਕੁਝ ਹੀ ਕਰਨਾ ਸੀ ਤੇ ਫਿਰ ਗ੍ਰਸਤੀ ਬਣ ਜਾਂਦੇ ਹੋ ਵੀ ਇੰਨਾ ਸਮਾਂ ਘਰ ਵੀ ਛੱਡਿਆ, ਪਰਿਵਾਰ ਵੀ ਛੱਡਿਆ, ਧੱਕੇ ਧੋੜੇ ਵੀ ਖਾਧੇ ਪਹਾੜਾਂ ਤੇ ਇੰਨਾ ਕੁਝ ਕਰਕੇ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕੀਤੀਆਂ ਤੇ ਜਾ ਕੇ ਫੇਰ ਵਿਕਾਰਾਂ ਵਿੱਚ ਹੀ ਡਿੱਗੇ। ਵੀ ਜੇ ਵਿਕਾਰਾਂ ਵਿੱਚ ਹੀ ਡਿੱਗਣਾ ਸੀ ਤੇ ਫਿਰ ਉਹ ਕੁਝ ਹੀ ਕਰਦੇ ਪਹਿਲਾਂ ਹੀ, ਇੰਨਾ ਕੁਝ ਕਰਨ ਦੀ ਕੀ ਲੋੜ ਸੀ। ਇਸ ਕਰਕੇ ਮਨ ਤਾਂ ਸਾਧ ਸੰਗਤ ਜੀ ਗੁਰੂ ਕੀ ਕਿਰਪਾ ਹੋਵੇ ਤਾਂ ਮਨ ਕਾਬੂ ਆਉਂਦਾ ਹੈ, ਨਹੀਂ ਤਾਂ ਮਨ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਛੀ ਦੀ ਤਰ੍ਹਾਂ, ਜਿਵੇਂ ਪੰਛੀ ਉਡਾਰੀਆਂ ਮਾਰਦਾ ਨਾ, ਕਦੀ ਕਿਤੇ ਜਾ ਬਹਿੰਦਾ ਕਦੀ ਕਿਤੇ ਬਹਿੰਦਾ, ਇਸੇ ਤਰ੍ਹਾਂ ਮਨ ਵੀ ਬੜੀਆਂ ਵੱਡੀਆਂ ਉਡਾਰੀਆਂ ਮਾਰਦਾ। ਤੇ ਜਿਹੋ ਜੀ ਸੰਗਤ ਮਿਲ ਜਾਵੇ ਉਹੋ ਜੀ ਰੰਗਤ ਮਨ ਤੇ ਚੜ ਜਾਂਦੀ ਹੈ। ਮਨ ਇੱਕ ਪੰਛੀ ਦੀ ਤਰ੍ਹਾਂ ਜਿਹੋ ਜਿਹੇ ਦਰਖਤ ਤੇ ਬੈਠਦਾ ਉਹੋ ਜਿਹਾ ਖੱਟਾ ਮਿੱਠਾ ਫਲ ਖਾਂਦਾ ਹੈ। ਇਹ ਜੀਵ ਜਿਹੋ ਜੀ ਸੰਗਤ ਕਰਦਾ ਉਹੋ ਜਿਹਾ ਰੰਗ ਇਹਨੂੰ ਚੜ੍ਹਦਾ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਤਾਂ ਇਹ ਵੀ ਬਚਨ ਭਗਤ ਕਬੀਰ ਸਾਹਿਬ ਜੀ ਨੇ ਫਰਮਾਏ ਵੀ ਘਰ ਛੱਡ ਕੇ ਭਾਵੇਂ ਜੰਗਲ ਵਿੱਚ ਚਲੇ ਜਾਈਏ ਤਾਂ ਕੰਦ ਮੂਲ ਵੀ ਚੁਣ ਚੁਣ ਕੇ ਖਾ ਲਈਏ, ਪਰ ਇਹ ਮਨ ਦਾ ਮੰਦਾ ਸੁਭਾਅ ਫਿਰ ਵੀ ਨਹੀਂ ਮਿਟਦਾ ਹੈ। ਮਨ ਵਿਕਾਰਾਂ ਨੂੰ ਫਿਰ ਵੀ ਛੱਡਦਾ ਨਹੀਂ ਹੈ। ਗ੍ਰਹਿਓ ਤਾਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਈ, ਪਾਪੀ ਮਨ ਮੰਦਾ। ਇਹ ਪਾਪੀ ਮਨ ਜਿਹੜਾ ਹੈ ਨਾ, ਇਹ ਮੰਦੇ ਸੁਭਾਅ ਨੂੰ ਫੇਰ ਵੀ ਨਹੀਂ ਛੱਡਦਾ। ਤੇ ਮਨ ਜਿਹੜਾ ਹੈ ਇਹ ਨਾਮ ਦੇ ਨਾਲ ਹੀ ਕਾਬੂ ਆਉਣ ਵਾਲਾ। ਸਤਿਗੁਰੂ ਕਹਿੰਦੇ ਨਾਮ ਹੀ ਮਨ ਨੂੰ ਵਸ ਵਿੱਚ ਕਰਨ ਵਾਲਾ ਹੈ, ਨਾਮ ਹੀ ਤਨ ਨੂੰ ਵਸ ਵਿੱਚ ਕਰਨ ਵਾਲਾ। ਨਾਮ ਵਿੱਚ ਹੀ ਇਹ ਤਾਕਤ ਹੈ। ਤੇ ਜਦੋਂ ਜੀਵ ਨਾਮ ਜਪਦਾ ਹੈ ਫਿਰ ਇਹਦਾ ਮਨ ਵੀ ਕਾਬੂ ਹੁੰਦਾ ਹੈ, ਫਿਰ ਇਹਦਾ ਸਰੀਰ ਵੀ ਮਰਿਆਦਾ ਵਿੱਚ ਚੱਲਦਾ। ਤੇ ਜਦੋਂ ਨਾਮ ਤੋਂ ਵਾਂਝਾ ਹੋ ਜਾਂਦਾ ਹੈ, ਨਾਮ ਤੋਂ ਖਾਲੀ ਹੋ ਜਾਂਦਾ ਹੈ, ਨਾਮ ਨਹੀਂ ਜਪਦਾ, ਨਾਮ ਨਾਲ ਨਹੀਂ ਜੁੜਦਾ, ਫਿਰ ਮਹਾਰਾਜ ਕਹਿੰਦੇ ਸਰੀਰ ਵਿੱਚ ਵਿਰੋਧ ਪੈਦਾ ਸ਼ੁਰੂ ਹੋ ਜਾਂਦਾ। ਵਿਣ ਨਾਵੈ ਵਿਰੋਧ ਸਰੀਰ, ਫਿਰ ਇਹਦਾ ਸਰੀਰ ਹੀ ਇਹਦਾ ਵਿਰੋਧੀ ਹੋ ਜਾਂਦਾ, ਸਰੀਰ ਹੀ ਵਿਰੋਧੀ ਹੋ ਜਾਂਦਾ। ਕਿਉਂਕਿ ਨਾਮ ਤੋਂ ਛੁੱਟ ਕੇ, ਨਾਮ ਤੋਂ ਵਿਛੁੰਨਾ ਹੋ ਕੇ, ਨਾਮ ਤੋਂ ਵਾਂਝਾ ਹੋ ਕੇ ਇਹ ਸਰੀਰ ਹੀ ਵਿਰੋਧੀ ਬਣ ਜਾਂਦਾ। ਸਰੀਰ ਵੀ ਆਪ ਮੁਹਾਰੀ ਹੋ ਜਾਂਦਾ, ਬੇਲਗਾਮਾ ਹੀ ਹੋ ਜਾਂਦਾ, ਅਵਾਰਾ ਹੀ ਹੋ ਜਾਂਦਾ, ਮਰਿਆਦਾ ਤੋਂ ਬਾਹਰ ਚਲੇ ਜਾਂਦਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਫਿਰ ਇਹ ਸਰੀਰ ਜਿਹੜਾ ਇਹਦਾ ਆਪਣਾ ਹੀ, ਇਹਦਾ ਸਰੀਰ ਇਹ ਵਿਰੋਧੀ ਬਣ ਜਾਂਦਾ। ਤੇ ਇਸ ਸਰੀਰ ਨੂੰ ਮਰਿਆਦਾ ਵਿੱਚ ਲਿਆਉਣ ਵਾਸਤੇ, ਸਰੀਰ ਨੂੰ ਨਿਯਮ ਵਿੱਚ ਲਿਆਉਣ ਵਾਸਤੇ ਮਹਾਰਾਜ ਕਹਿੰਦੇ ਭਾਈ ਨਾਮ ਜਪਣਾ ਚਾਹੀਦਾ ਹੈ। ਇਹ ਸਰੀਰ ਦੇ ਵਿੱਚੋਂ ਹੀ ਫਿਰ ਵਿਰੋਧ ਛਿੜ ਜਾਂਦਾ ਹੈ, ਕਦੀ ਕਾਮ ਦਾ, ਕਦੀ ਕ੍ਰੋਧ ਦਾ, ਕਦੀ ਲੋਭ ਦਾ, ਕਦੀ ਮੋਹ ਦਾ, ਕਦੀ ਹੰਕਾਰ ਦਾ, ਕਦੀ ਝੂਠ ਦਾ, ਕਦੀ ਨਿੰਦਿਆ ਦਾ, ਕਦੀ ਚੁਗਲੀ ਦਾ, ਕਦੀ ਈਰਖਾ ਦਾ। ਇਹ ਸਰੀਰ ਵਿੱਚੋਂ ਹੀ ਵਿਰੋਧ ਪੈਦਾ ਹੋ ਜਾਂਦਾ, ਕਿਉਂਕਿ ਹੈ ਸਭ ਕੁਝ ਇਹਦੇ ਵਿੱਚ ਹੀ। ਜਦੋਂ ਨਾਮ ਜਪਦਾ ਹੈ ਤੇ ਫਿਰ ਸਾਰਾ ਕੁਝ ਸ਼ਾਂਤ ਰਹਿੰਦਾ ਹੈ। ਬਹੁਤੀ ਗੁਰੂ ਕੀ ਕਿਰਪਾ ਹੋਵੇ ਤੇ ਸਾਰੇ ਔਗਣ ਮਿਟ ਜਾਂਦੇ ਹਨ ਤੇ ਗੁਣ ਜਿਹੜੇ ਉਹ ਪ੍ਰਫੁੱਲਤ ਹੋ ਜਾਂਦੇ ਹਨ। ਤੋ ਨਾਮ ਤੋਂ ਬਿਨਾ ਇਹ ਸਰੀਰ ਸਮੁੱਚਾ ਹੀ ਵਿਰੋਧੀ ਬਣ ਜਾਂਦਾ ਹੈ ਜੀਵ ਦਾ। ਕਿਉ ਨਾ ਮਿਲੈ ਘਾਟਾ
ਹੈ ਮਨ ਪੀਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੇ ਭਾਈ, ਤੂੰ ਕਿਉਂ ਨਹੀਂ ਮਿਲਦਾ ਹੈ ਸਤਿਗੁਰੂ ਜੀ ਨੂੰ? ਤੇ ਸਤਿਗੁਰੂ ਜੀ ਨੂੰ ਮਿਲ ਕਰਕੇ ਆਪਣੇ ਅੰਦਰ ਦੀ ਜਿਹੜੀ ਇਹ ਮਨ ਦੀ ਪੀੜ ਹੈ, ਇਹ ਮਨ ਦੀ ਪੀੜ ਨੂੰ ਤੂੰ ਕਿਉਂ ਨਹੀਂ ਕੱਟਦਾ? ਕਿਉਂਕਿ ਮਨ ਦੁਖੀ ਹੈ, ਮਨ ਪੀੜ ਦੇ ਸਹਿਤ ਹੈ। ਮਨ ਦੇ ਵਿੱਚ ਹੀ ਸਾਰੀ ਪੀੜ ਹੈ ਵਿਕਾਰਾਂ ਦੀ। ਤੇ ਇਹ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਤੂੰ ਆਪਣੀ ਪੀੜ ਨੂੰ, ਆਪਣੇ ਦੁੱਖ ਨੂੰ ਕਿਉਂ ਨਹੀਂ ਕੱਟਦਾ? ਕਾਮੀ ਹੋ ਕੇ, ਕ੍ਰੋਧੀ ਹੋ ਕੇ, ਲੋਭੀ ਹੋ ਕੇ, ਮੋਹੀ ਤੇ ਹੰਕਾਰੀ ਹੋ ਕਰਕੇ ਇਹ ਜੀਵ ਦਾ ਮਨ ਹੀ ਦੁਖੀ ਹੁੰਦਾ। ਮਨ ਕਰਕੇ ਤਾਂ ਦੁਖੀ ਰਹਿੰਦਾ। ਮਨ ਵਿੱਚ ਸ਼ਾਂਤੀ ਨਹੀਂ, ਮਨ ਵਿੱਚ ਚੈਨ ਨਹੀਂ, ਮਨ ਵਿੱਚ ਸਬਰ ਸੰਤੋਖ ਨਹੀਂ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, ਕਿਉਂ ਨਾ ਮਿਲਿਆ ਹੈ? ਤੂੰ ਕਿਉਂ ਨਹੀਂ ਮਿਲਦਾ ਫਿਰ ਆਪਣੀ ਪੀੜ ਕੱਟਣ ਵਾਸਤੇ ਗੁਰੂ ਸਾਹਿਬ ਜੀ? ਤੇ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਆਪਣੇ ਜੰਮਣ ਮਰਨ ਦੀ ਜਿਹੜੀ ਪੀੜ ਹੈ, ਵਿਕਾਰਾਂ ਦੀ ਪੀੜ ਹੈ, ਔਗਣਾਂ ਦੀ ਪੀੜ ਹੈ, ਪਾਪਾਂ ਦੀ ਪੀੜ ਹੈ, ਇਹ ਮਨ ਦੇ ਵਿੱਚ ਜਿਹੜੀ ਪੀੜ ਬਣੀ ਹੋਈ ਹੈ, ਇਸ ਪੀੜ ਨੂੰ ਤੂੰ ਕੱਟਣਾ ਕਰ। ਤੂੰ ਕਿਉਂ ਨਹੀਂ ਕੱਟਦਾ ਹੈ? ਵਾਟ ਵਟਾਉ ਆਵੈ ਜਾਏ। ਗਰੀਬ ਨਵਾਜ਼ ਕਹਿੰਦੇ ਵੀ ਇਹ ਜੀਵ ਵਾਟ ਦਾ ਵਟਾਊ ਹੈ। ਵਾਟ ਕਹਿੰਦੇ ਆ ਰਾਹ ਨੂੰ, ਵਾਟ ਕਹਿੰਦੇ ਆ ਰਸਤੇ ਨੂੰ, ਤੇ ਵਟਾਊ ਕਹਿੰਦੇ ਆ ਰਸਤੇ ਤੇ ਚੱਲਣ ਵਾਲੇ ਨੂੰ। ਇੱਕ ਹੁੰਦਾ ਰਾਹ, ਤੇ ਜਿਹੜਾ ਰਾਹ ਤੇ ਚੱਲਦਾ ਉਹਨੂੰ ਆਪਾਂ ਕਹਿ ਦਿੰਨੇ ਰਾਹੀ। ਰਾਹੀ ਤੁਰਿਆ ਜਾਂਦਾ, ਰਾਹੀ ਪਾਂਧੀ। ਸੁਭਾਵਕ ਆਪਾਂ ਕਹਿੰਦੇ ਨਾ ਕੋਈ ਰਾਹੀ ਪਾਂਧੀ, ਜਿਹੜਾ ਰਾਹ ਤੇ ਤੁਰਿਆ ਜਾਂਦਾ ਹੈ। ਵਾਟ ਮੈਨੇ ਆ ਰਾਹ, ਵਟਾਊ ਮੈਨੇ ਆ ਜਿਹੜਾ ਰਾਹ ਤੇ ਤੁਰਿਆ ਜਾ ਰਿਹਾ। ਵਾਟ ਦਾ ਭਾਵ ਹੈ ਰਸਤਾ, ਤੇ ਵਟਾਊ ਮੈਨੇ ਜਿਹੜਾ ਤੁਰਿਆ ਜਾਂਦਾ। ਵਾਟ ਵਟਾਊ ਇਹ ਬੀਕਾਨੇਰ ਦੇ ਇਲਾਕੇ ਦੀ ਬੋਲੀ ਹੈ, ਉਧਰਲੇ ਇਲਾਕੇ ਦੀ। ਉਧਰ ਰਸਤੇ ਨੂੰ ਵਾਟ ਕਹਿ ਦਿੰਦੇ ਆ, ਸਫ਼ਰ ਨੂੰ ਵਾਟ ਕਹਿ ਦਿੰਦੇ ਆ, ਤੇ ਚੱਲਣ ਵਾਲੇ ਨੂੰ ਵਟਾਊ ਕਹਿ ਦਿੰਦੇ। ਸੁਖਮਨੀ ਸਾਹਿਬ 'ਚ ਵੀ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ, ਉੱਥੇ ਬੱਬੇ ਨਾਲ ਵਰਤਿਆ। ਮਹਾਰਾਜ ਕਹਿੰਦੇ, ਵਟਾਊ ਸਿਓ ਜੋ ਲਾਵੇ ਨੇਹ, ਤਾ ਕੋ ਹਾਸ ਨ ਆਵੇ ਕੇਹ। ਜਿਹੜਾ ਰਾਹੀ ਦੇ ਨਾਲ ਪ੍ਰੇਮ ਪਾਉਂਦਾ ਹੈ, ਮਹਾਰਾਜ ਕਹਿੰਦੇ ਉਹਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਕਿਉਂਕਿ ਰਾਹੀ ਅੱਜ ਇੱਥੇ ਆ, ਕੱਲ ਨੂੰ ਆ ਉੱਥੇ ਦੂਜੇ ਥਾਂ ਤੇ ਆ, ਪਰਸੋਂ ਨੂੰ ਹੋਰ ਥਾਂ ਤੇ। ਉਹ ਤੇ ਰਾਹ ਤੇ ਤੁਰਿਆ ਜਾਂਦਾ। ਤੁਰੇ ਜਾਂਦੇ ਨਾਲ ਪ੍ਰੇਮ ਜੇ ਪਾ ਲਿਆ ਤੇ ਮਹਾਰਾਜ ਕਹਿੰਦੇ ਕੁਝ ਨਹੀਂ ਹੱਥ ਪੱਲੇ ਪੈਣਾ। ਵਾਟ ਵਟਾਊ ਆਵੇ ਜਾਏ। ਸਤਿਗੁਰੂ ਜੀ ਨੇ ਵੇਖੋ ਕੈਸੀਆਂ ਉਦਾਹਰਨਾਂ ਦਿੱਤੀਆਂ, ਕੈਸੇ ਦ੍ਰਿਸ਼ਟਾਂਤ, ਕੈਸੇ ਪ੍ਰਮਾਣ ਦਿੱਤੇ। ਗੁਰਬਾਣੀ 'ਚ ਜਿੰਨੀਆਂ ਉਦਾਹਰਨਾਂ, ਜਿੰਨੇ ਦ੍ਰਿਸ਼ਟਾਂਤ, ਜਿੰਨੇ ਪ੍ਰਮਾਣ, ਜਿੰਨੀਆਂ ਸਾਖੀਆਂ, ਜਿੰਨੀਆਂ ਗਵਾਹੀਆਂ, ਉਹ ਸਾਰੀਆਂ ਸੰਸਾਰ ਦੀਆਂ ਹੀ ਦਿੱਤੀਆਂ। ਬਹੁਤੀਆਂ ਇਸੇ ਲੋਕ ਦੀਆਂ ਹੀ ਆ, ਮਾਤ ਲੋਕ ਦੀਆਂ ਹੀ ਆ, ਸਾਡੇ ਘਰ ਪਰਿਵਾਰ ਦੀਆਂ ਹੀ ਆ, ਆ ਸਾਰੇ ਸਮਾਜ ਦੀਆਂ ਹੀ ਉਦਾਹਰਨਾਂ ਵਾ। ਐਸ ਲੋਕ ਦੀਆਂ ਵੀ ਆ, ਕੁਝ ਪ੍ਰਲੋਕ ਦੀਆਂ ਵੀ ਦਿੱਤੀਆਂ ਉਤਰਾਂ ਗੁਰਬਾਣੀ ਦੇ ਅੰਦਰ। ਲੋਕ ਦੀਆਂ ਵੀ, ਆਕਾਸ਼ ਦੀਆਂ ਵੀ, ਪਤਾਲ ਦੀਆਂ ਵੀ, ਸਾਰੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ ਅੰਮ੍ਰਿਤ ਬਾਣੀ ਦੇ ਅੰਦਰ। ਤੇ ਹੁਣ ਆ ਜੋ ਇਸ ਪੰਕਤੀ ਵਿੱਚ ਸਤਿਗੁਰੂ ਜੀ ਉਦਾਹਰਨ ਦੇ ਰਹੇ ਆ, ਕਹਿੰਦੇ ਵਾਟ ਵਟਾਊ, ਵੀ ਰਸਤੇ ਤੇ ਚੱਲਣ ਵਾਲਾ ਜਿਹੜਾ ਰਾਹੀ ਆ, ਆਵੇ ਜਾਏ, ਵੀ ਰਾਹੀ ਆਉਂਦਾ ਜਾਂਦਾ ਵਾ। ਮੁਸਾਫਰ ਜਿਹੜਾ ਸਫ਼ਰ ਕਰਨ ਵਾਲਾ ਵਾ, ਉਹ ਸਫ਼ਰ ਕਰਦਾ ਆਉਂਦਾ ਜਾਂਦਾ। ਹੁਣ ਜਿਹੜਾ ਸਫ਼ਰ ਕਰ ਰਿਹਾ ਵਾ, ਉਹ ਇੱਥੋਂ ਸਫ਼ਰ ਕਰਕੇ ਦੂਜੇ ਥਾਂ ਤੇ ਜਾਂਦਾ, ਉੱਥੋਂ ਫੇਰ ਵਾਪਸ ਆਉਂਦਾ, ਤੇ ਉਹ ਸਫ਼ਰ ਤੇ ਹੀ ਆ ਨਾ। ਇਹਦਾ ਭਾਵ ਕੀ ਹੋਇਆ? ਇਹ ਰਸਤੇ ਦਾ ਜ਼ਿਕਰ ਕਰਕੇ, ਰਾਹੀ ਦਾ ਜ਼ਿਕਰ ਕਰਕੇ, ਸਫ਼ਰ ਦਾ ਜ਼ਿਕਰ ਕਰਕੇ, ਮੁਸਾਫਰ ਦਾ ਜ਼ਿਕਰ ਕਰਦਿਆਂ ਹੋਇਆਂ ਕੀ ਸਤਿਗੁਰੂ ਜੀ ਸਿੱਖਿਆ ਦੇ ਰਹੇ? ਕਹਿੰਦੇ ਭਾਈ ਸਾਰਾ ਸੰਸਾਰ ਹੀ ਰਾਹੀ ਆ। ਅਸੀਂ ਜਿੰਨੇ ਆਏ ਆ ਸੰਸਾਰ ਤੇ ਜੀਵ, ਮਰਦ ਇਸਤਰੀਆਂ ਸਾਰੇ ਰਾਹੀ ਆ। ਤੇ ਸੰਸਾਰ ਇੱਕ ਰਾਹ ਵਾ, ਇੱਕ ਰਸਤਾ ਵਾ, ਇੱਕ ਸਫ਼ਰ ਵਾ। ਤੇ ਅਸੀਂ ਜਿੰਨੇ, ਅਸੀਂ ਸਾਰੇ ਮੁਸਾਫਰ ਆ।
ਸਫ਼ਰ ਕਰਨ ਵਾਲੇ ਆ ਤੇ ਸਫ਼ਰ ਹੀ ਕਰਦੇ ਪਏ। ਇੱਕ ਹੋਰ ਰਾਹੀ ਆ ਜਿਹੜਾ ਰਾਹ ਤੇ ਤੁਰਦਾ ਵਾ ਤੇ ਸਫ਼ਰ ਕਰਦਾ। ਇੱਕ ਇਹ ਮਨੁੱਖ ਰਾਹੀ ਆ, ਇਹ ਬੈਠਾ ਵੀ ਆ ਤੇ ਤਾਂ ਵੀ ਸਫ਼ਰ ਹੀ ਕਰੀ ਜਾ ਰਿਹਾ। ਬੈਠਾ ਵੀ ਸਾਡਾ ਸਫ਼ਰ ਚੱਲੀ ਜਾਂਦਾ। ਇਹ ਜਿੰਨੀ ਜੀਵਨ ਯਾਤਰਾ ਇਹ ਸਾਰਾ ਸਫ਼ਰ ਹੀ ਆ। ਇੱਕ ਇੱਕ ਸਵਾਸ ਸਾਡਾ ਜਿਹੜਾ ਵਾ ਉਹ ਘਟਦਾ ਜਾ ਰਿਹਾ। ਇੱਕ ਇੱਕ ਦਿਨ ਜਿਹੜਾ ਉਹ ਦਿਨ ਹੀ ਨਹੀਂ ਛਿਪਦਾ, ਸਾਡੀ ਜ਼ਿੰਦਗੀ ਦਾ ਇੱਕ ਇੱਕ ਦਿਨ ਘਟਦਾ ਜਾ ਰਿਹਾ। ਇਹ ਸਾਡਾ ਸਫ਼ਰ ਹੈ। ਉਹ ਰਾਹੀ ਤੇ ਰਾਹ ਉੱਤੇ ਚੱਲੇਗਾ ਤੇ ਰਾਹ ਸਫ਼ਰ ਕਰੇਗਾ। ਪਰ ਇਹ ਮਨੁੱਖ ਇਸ ਤਰ੍ਹਾਂ ਦਾ ਰਾਹੀ ਹੈ ਕਿ ਇਹ ਬੈਠਾ ਤੇ ਤਾਂ ਵੀ ਸਫ਼ਰ ਦੇ ਵਿੱਚ ਹੀ ਆ, ਖਲੋਤਾ ਤੇ ਤਾਂ ਵੀ ਸਫ਼ਰ ਹੀ ਇਹਦਾ ਚੱਲੀ ਜਾਂਦਾ ਹੈ, ਹੱਸਦਾ ਤੇ ਤਾਂ ਵੀ ਇਹ ਸਫ਼ਰ ਹੀ ਕਰੀ ਜਾਂਦਾ, ਰੋਂਦਾ ਤੇ ਤਾਂ ਵੀ ਸਫ਼ਰ ਮੁੱਕੀ ਜਾਂਦਾ ਹੈ। ਸੁੱਖ ਵਿੱਚ ਵੀ, ਦੁੱਖ ਵਿੱਚ ਵੀ, ਹੱਸਦਿਆਂ ਵੀ, ਰੋਂਦਿਆਂ ਵੀ, ਜਾਗਦਿਆਂ ਵੀ, ਸੁੱਤਿਆਂ ਵੀ ਇਹਦਾ ਸਫ਼ਰ ਚੱਲੀ ਜਾਂਦਾ। ਸਫ਼ਰ ਤੇ ਤੁਰਿਆ ਹੀ ਜਾ ਰਿਹਾ। ਇਸ ਤਰ੍ਹਾਂ ਦਾ ਇਹ ਮਨੁੱਖ ਰਾਹੀ ਹੈ, ਕਿਉਂਕਿ ਦਿਨ ਦਿਨ ਕਰਕੇ, ਛਿਨ ਛਿਨ ਕਰਕੇ ਉਮਰ ਜਿਹਾ ਸਫ਼ਰ ਮੁੱਕੀ ਜਾ ਰਿਹਾ। ਇਸੇ ਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ। ਕਹਿੰਦੇ ਦਿਨ ਤੋਂ ਅੱਗੇ ਪਹਿਰ, 4 ਪਹਿਰ ਦਾ ਦਿਨ ਹੁੰਦਾ ਹੈ ਤੇ 3 ਘੰਟਿਆਂ ਦਾ ਪਹਿਰ ਹੁੰਦਾ। 12 ਘੰਟਿਆਂ ਦਾ ਦਿਨ ਸਿੱਧਾ ਜਿਹਾ ਅੰਦਾਜ਼ਾ ਰੁੱਤ ਦੇ ਲਿਹਾਜ਼ ਦੇ ਨਾਲ। ਕਦੀ ਦਿਨ ਵੱਡੇ ਹੁੰਦੇ, ਕਦੀ ਰਾਤਾਂ ਵੱਡੀਆਂ ਹੁੰਦੀਆਂ, ਕਦੀ ਦਿਨ ਵੱਡੇ ਰਾਤਾਂ ਛੋਟੀਆਂ, ਕਦੀ ਰਾਤਾਂ ਵੱਡੀਆਂ ਦਿਨ ਛੋਟੇ। ਉਹ ਰੁੱਤ ਦੇ ਲਿਹਾਜ਼ ਦੇ ਨਾਲ ਹੈ। ਪਰ 24 ਘੰਟੇ ਦਾ ਜਿਹੜਾ ਇਹ ਸਮਾਂ ਹੈ, 12 ਘੰਟੇ ਦਾ ਦਿਨ, 12 ਘੰਟੇ ਦੀ ਰਾਤ। ਫਿਰ ਇੱਕ ਦਿਨ ਦੇ ਵਿੱਚ 4 ਪਹਿਰ, 3 ਘੰਟਿਆਂ ਦਾ ਇੱਕ ਪਹਿਰ, 4 ਪਹਿਰ। ਦਿਨ ਤੋਂ ਅੱਗੇ ਪਹਿਰ, ਪਹਿਰ ਤੋਂ ਅੱਗੇ ਘੜੀਆਂ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ। ਕਹਿੰਦੇ ਦਿਨ ਹੀ ਨਹੀਂ ਘਟ ਰਿਹਾ, ਇਹ ਪਹਿਰ ਹੀ ਨਹੀਂ ਨਿਕਲ ਰਹੇ, ਘੜੀਆਂ ਹੀ ਨਹੀਂ ਲੰਘ ਰਹੀਆਂ। ਇਹ ਘੜੀ ਵਾਲੇ ਬੰਦਾ ਵੇਂਦਾ ਸਾਰੀ ਦਿਹਾੜੀ ਕਿੰਨੀ ਵਾਰੀ ਕਿ ਕਿੰਨਾ ਸਮਾਂ ਹੋ ਗਿਆ। ਸਮੇਂ ਨਾਲ ਡਿਊਟੀ ਤੇ ਜਾਣਾ, ਸਮੇਂ ਨਾਲ ਵਾਪਸ ਜਾਣਾ, ਸਮੇਂ ਨਾਲ ਆਹ ਕੰਮ ਕਰਨਾ, ਸਮੇਂ ਨਾਲ ਉਹ ਕੰਮ ਕਰਨਾ। ਕਹਿੰਦੇ ਘੜੀ ਨਹੀਂ ਘੁੰਮ ਰਹੀ ਇਕੱਲੀ, ਘੜੀਆਂ ਹੀ ਨਹੀਂ ਅੱਗੇ ਲੰਘ ਰਹੀਆਂ। ਇਹ ਤਾਂ ਜੀਵਨ ਦੀਆਂ ਘੜੀਆਂ ਗੁਜ਼ਰ ਰਹੀਆਂ, ਇਹ ਤਾਂ ਜ਼ਿੰਦਗੀ ਦੀਆਂ ਘੜੀਆਂ ਘਟ ਰਹੀਆਂ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸੀਜੈ। ਉਮਰ ਘਟਦੀ ਜਾ ਰਹੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ। ਕਾਲ ਅਹੇਰੀ, ਮੌਤ ਜਿਹੜੀ ਉਹ ਸ਼ਿਕਾਰਨ, ਮੌਤ ਰੂਪੀ ਸ਼ਿਕਾਰਨ ਉਹ ਵੇਖ ਰਹੀ ਹੈ। ਮੌਤ ਰੂਪੀ ਸ਼ਿਕਾਰੀ ਵੇਖ ਰਿਹਾ ਹੈ। ਫਿਰੈ ਬੱਧਕ ਜਿਉ ਕਹੋ ਕਵਣ ਵਿਦ ਕੀਜੈ, ਸੋ ਦਿਨ ਆਵਣ ਲਾਗਾ। ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕਾਕਾ। ਉਸ ਵੇਲੇ ਕਹਿੰਦੇ ਨਾ ਮਾਤਾ ਨੇ, ਨਾ ਪਿਤਾ ਨੇ, ਨਾ ਕਿਸੇ ਹੋਰ ਨੇ, ਸਾਕ ਸੰਬੰਧੀਆਂ ਨੇ, ਕਿਸੇ ਨੇ ਨਹੀਂ ਬਣਨਾ, ਕਿਸੇ ਨੇ ਬਾਹ ਨਹੀਂ ਫੜਨੀ। ਕਹੋ ਕਉ ਹੈ ਕਾਕਾ, ਦੱਸੋ ਕੌਣ ਹੈ ਕਿਸੇ ਦਾ ਉਸ ਮੌਕੇ ਤੇ। ਤਾਂ ਇਹ ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ। ਜੀਵ ਇੱਕ ਮੁਸਾਫਰ ਹੈ, ਇਹ ਵਟਾਊ ਹੈ ਤੇ ਸੰਸਾਰ ਦਾ ਜਿਹੜਾ ਇਹ ਜੀਵਨ ਇੱਕ ਰਸਤਾ ਹੈ। ਇਸ ਰਸਤੇ ਦੇ ਉੱਤੇ ਵਾਟ ਵਟਾਊ ਆਵੇ ਜਾਏ। ਆਉਂਦਾ ਹੈ ਜਨਮ ਲੈ ਕੇ ਤੇ ਜੀਵਨ ਆਪਣਾ ਬਤੀਤ ਕਰਕੇ ਜਾਏ। ਜਦੋਂ ਮੌਤ ਹੋ ਜਾਂਦੀ ਹੈ, ਮਰ ਜਾਂਦਾ, ਫਿਰ ਚਲੇ ਜਾਂਦਾ ਹੈ। ਮੀਂਹ ਪੈ ਰਿਹਾ ਸੀ, ਕੋਈ ਮਹਾਤਮਾ ਰਸਤੇ ਤੇ ਜਾ ਰਹੇ ਸਨ। ਇੱਕ ਬਹੁਤ ਧਨਾੜ ਆਦਮੀ ਦਾ ਮਹਿਲ ਹੈ ਤੇ ਉਹ ਮੀਂਹ ਤੋਂ ਬਚਣ ਵਾਸਤੇ ਮਹਿਲ ਦੇ ਵਿੱਚ ਮਹਾਤਮਾ ਚਲੇ ਗਏ। ਕੱਚੇ ਰਸਤੇ ਤੋਂ ਲੰਘ ਕੇ ਆਏ ਸੀ, ਮੀਂਹ ਦੇ ਨਾਲ ਭਿੱਜੇ ਹੋਏ ਸੀ। ਖਿਆਲ ਕੀਤਾ ਵੀ ਆ ਸਾਹਮਣੇ ਮਹਿਲ ਵਾ, ਇਹਦੇ ਵਿੱਚ ਚਲੇ ਜਾਂਦੇ, ਮੀਂਹ ਹਟ ਜਾਵੇਗਾ ਤੇ ਫਿਰ ਅੱਗੇ ਚਲੇ ਜਾਵਾਂਗੇ। ਉਹ ਪੈਰ ਲਿਬੜੇ ਹੋਏ ਚਿੱਕੜ ਦੇ ਨਾਲ, ਖੋਬੇ ਦੇ ਨਾਲ,
ਜਦੋਂ ਮਹਿਲ ਵਿੱਚ ਚਲੇ ਗਏ ਨਾ ਤੇ ਉਹ ਨੌਕਰ ਨੇ ਝਿੜਕਿਆ, ਕਿਉਂਕਿ ਜਦੋਂ ਲਿਬੜੇ ਪੈਰ ਅੰਦਰ ਵੜ ਗਏ ਤੇ ਉਹ ਚਿੱਕੜ ਖੋਪਾ ਜਿਹਾ ਪੈਰਾਂ ਨੂੰ ਲੱਗਾ ਸੀ ਤੇ ਉਹ ਮਿੱਟੀ ਚੀਕਣੀ ਚਿੱਕੜ ਉਹ ਮਹਿਲ ਦੇ ਵਿੱਚ ਵੀ ਲੱਗ ਗਏ ਤੇ ਉਹ ਸਾਰਾ ਮਹਿਲ ਜਿਹਾ ਥੱਲਿਓਂ ਖਰਾਬ ਹੋ ਗਿਆ, ਮਿੱਟੀ ਆ ਗਈ ਅੰਦਰ ਮਹਾਤਮਾ ਦੇ ਪੈਰਾਂ ਨਾਲ। ਉਹ ਨੌਕਰ ਝਿੜਕਾਂ ਮਾਰਨ ਲੱਗਾ, ਕਹਿੰਦਾ ਵੀ ਤੂੰ ਸਾਰਾ ਹੀ ਥਾਂ ਜਿਹੜਾ ਸੀ ਸੋਹਣਾ ਸਾਫ਼ ਕੀਤਾ ਹੋਇਆ, ਤੂੰ ਮਿੱਟੀ ਲਾ ਦਿੱਤੀ, ਆਪਣੇ ਪੈਰਾਂ ਦੇ ਨਾਲ ਮਿੱਟੀ ਲੈ ਆਂਦੀ, ਸਾਰਾ ਖਰਾਬ ਕਰ ਦਿੱਤਾ। ਉਹ ਮਹਾਤਮਾ ਕਹਿੰਦੇ ਵੀ ਮੈਂ ਤਾਂ ਰਾਹੀ ਆ, ਰਸਤੇ ਤੇ ਜਾ ਰਿਹਾ ਸੀ ਤੇ ਆ ਮੀਂਹ ਪੈ ਰਿਹਾ ਸੀ ਤੇ ਮੀਂਹ ਤੋਂ ਬਚਣ ਵਾਸਤੇ ਮੈਂ ਕਿਹਾ ਚੱਲ ਮੁਸਾਫਰਖਾਨੇ 'ਚ ਰੁਕ ਜਾਂਦੇ ਕੁਝ ਸਮਾਂ। ਮੈਂ ਤਾਂ ਮੁਸਾਫਰਖਾਨੇ ਵਿੱਚ ਥੋੜਾ ਸਮਾਂ ਹੀ ਠਹਿਰਨਾ, ਫਿਰ ਮੈਂ ਅੱਗੇ ਚਲੇ ਜਾਣਾ। ਉਹ ਕਹਿੰਦਾ ਤੈਨੂੰ ਇਹ ਮੁਸਾਫਰਖਾਨਾ ਲੱਗਦਾ, ਇਹ ਮੇਰੇ ਮਾਲਕ ਦਾ ਮਹਿਲ ਵਾ, ਇਹ ਮੁਸਾਫਰਖਾਨਾ ਥੋੜਾ ਵਾ, ਤੂੰ ਇਹਦੇ ਵਿੱਚ ਆ ਕਰਕੇ ਤੇ ਇਹ ਗੰਦਗੀ ਪਾ ਦਿੱਤੀ ਹੈ, ਮਿੱਟੀ ਸਾਰੀ ਖਿਲਾਰ ਦਿੱਤੀ, ਇਹ ਮੁਸਾਫਰਖਾਨਾ ਨਹੀਂ, ਇਹ ਮੇਰੇ ਮਾਲਕ ਦਾ ਮਹਿਲ ਵਾ। ਉਹ ਨੌਕਰ ਜਿੰਦੋਂ ਝਗੜਾ ਕਰ ਰਿਹਾ ਸੀ ਉਹ ਮਾਲਕ ਨੇ ਵੀ ਸੁਣ ਲਿਆ ਕਿ ਕੀ ਰੌਲਾ ਪੈ ਰਿਹਾ। ਮਾਲਕ ਵੀ ਉੱਥੇ ਆ ਗਿਆ, ਉਹਨੇ ਕਿਹਾ ਵੀ ਕਾਹਦਾ ਰੌਲਾ ਪਾਇਆ ਹੋਇਆ। ਨੌਕਰ ਕਹਿੰਦਾ ਜੀ ਆਹ ਜਿਹੜਾ ਬੰਦਾ ਆਇਆ ਨਾ ਇਹਨੇ ਆ ਵੇਖੋ ਲਿਬੜੇ ਪੈਰ ਲਾ ਕਰਕੇ ਸਾਰਾ ਮਹਿਲ ਹੀ ਖਰਾਬ ਕਰ ਦਿੱਤਾ। ਤੇ ਦੂਜੀ ਗੱਲ ਇਹ ਕਹਿਣ ਡਿਆ ਵਾ, ਇਹਨੂੰ ਮੈਂ ਆਖਣ ਡਿਆ ਬਾਹਰ ਹੋ ਤੇ ਕਹਿੰਦਾ ਹੁਣੇ ਚਲੇ ਜਾਣਾ ਵਾ, ਮੈਂ ਤੇ ਮੁਸਾਫਰਖਾਨੇ 'ਚ ਥੋੜਾ ਜਿਹਾ ਸਮਾਂ ਹੀ ਰੁਕਣਾ। ਉਹ ਮਾਲਕ ਨੂੰ ਵੀ ਗੁੱਸਾ ਆਇਆ, ਕਹਿਣ ਲੱਗਾ ਭਾਈ ਇਹ ਮੁਸਾਫਰਖਾਨਾ ਨਹੀਂ, ਇਹ ਮੇਰਾ ਮਹਿਲ ਵਾ, ਇਹਦਾ ਮੈਂ ਮਾਲਕ ਵਾਂ, ਇਹ ਮੁਸਾਫਰਖਾਨਾ ਥੋੜਾ। ਉਹ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਮੈਂ ਇੱਥੇ ਅੱਗੇ ਵੀ ਆਇਆ ਸਾਂ, ਉਦੋਂ ਤਾਂ ਇੱਥੇ ਹੋਰ ਸੀ। ਉਹ ਕਹਿਣ ਲੱਗਾ ਪਹਿਲਾਂ ਇਹ ਮਹਿਲ ਦੇ ਮਾਲਕ ਮੇਰੇ ਪਿਤਾ ਜੀ ਸੀ। ਕਹਿਣ ਲੱਗੇ ਉਹਨਾਂ ਤੋਂ ਪਹਿਲਾਂ, ਕਹਿੰਦੇ ਮੇਰਾ ਦਾਦਾ ਜੀ, ਉਹਨਾਂ ਤੋਂ ਪਹਿਲਾਂ ਕਹਿੰਦੇ ਮੇਰਾ ਪੜਦਾਦਾ ਜੀ। ਤੇ ਕਹਿਣ ਲੱਗੇ ਉਹ ਕਿੱਥੇ ਆ, ਤੁਹਾਡੇ ਪਿਤਾ ਜੀ ਕਿੱਥੇ ਆ? ਕਹਿੰਦੇ ਜੀ ਉਹਨਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਤੁਹਾਡੇ ਦਾਦਾ ਜੀ ਕਿੱਥੇ ਆ? ਉਹਨਾਂ ਤੋਂ ਥੋੜਾ ਸਾਲ 2 ਸਾਲ ਪਹਿਲਾਂ ਉਹ ਵੀ ਚੜ੍ਹਾਈ ਕਰ ਗਏ ਸਨ। ਸਮੇਂ ਸਮੇਂ ਨਾਲ ਉਹ ਪੁਰਾਣੇ ਬਜ਼ੁਰਗ ਸਾਰੇ ਚਲੇ ਗਏ, ਹੁਣ ਮੈਂ ਮਾਲਕ ਹਾਂ ਇਸ ਮਹਿਲ ਦਾ। ਤੇ ਕਹਿੰਦੇ ਉਹੀ ਗੱਲ ਮੈਂ ਕਹਿ ਰਿਹਾ, ਤੇਰੀ ਸਮਝ ਵਿੱਚ ਨਹੀਂ ਆਈ। ਜਿੱਥੇ ਮੁਸਾਫਰ ਬਦਲਦੇ ਰਹਿਣ ਉਹ ਮੁਸਾਫਰਖਾਨਾ ਹੀ ਹੁੰਦਾ ਵਾ। ਇਸ ਕਰਕੇ ਵੇਖ, ਪਹਿਲਾਂ ਤੇਰਾ ਪੜਦਾਦਾ ਸੀ ਇਸ ਮਹਿਲ ਦਾ ਮਾਲਕ, ਫਿਰ ਤੇਰਾ ਦਾਦਾ ਸੀ, ਫਿਰ ਤੇਰਾ ਪਿਤਾ ਇਹਦਾ ਮਾਲਕ ਬਣਿਆ, ਹੁਣ ਤੂੰ ਆ। ਤੇ ਕਦੀ ਤੂੰ ਵੀ ਚਲੀ ਜਾਣਾ ਇੱਥੋਂ, ਪੱਕਾ ਤੇ ਰਹਿਣਾ ਨਹੀਂ। ਫਿਰ ਤੇਰੇ ਪੁੱਤਰ ਹੋਣਗੇ, ਫਿਰ ਤੇਰੇ ਪੋਤਰੇ ਹੋਣਗੇ, ਫਿਰ ਤੇਰੇ ਪੜਪੋਤੇ ਹੋਣਗੇ ਇੱਥੇ ਇਸ ਮਹਿਲ ਦੇ ਮਾਲਕ। ਉਹ ਭਾਈ ਕੱਲਾ ਤੇਰਾ ਮਹਿਲ ਹੀ ਮੁਸਾਫਰਖਾਨਾ ਨਹੀਂ, ਇਹ ਸਾਰਾ ਸੰਸਾਰ ਹੀ ਮੁਸਾਫਰਖਾਨਾ ਵਾ। ਜਿੰਨੇ ਜੀਵ ਇਹ ਸਫ਼ਰ ਹੀ ਕਰਨ ਆਏ ਆ ਸੰਸਾਰ ਤੇ ਮੁਸਾਫਰਖਾਨੇ ਵਿੱਚ ਹੀ ਆ, ਤੇ ਮੁਸਾਫਰ ਬਦਲਦੇ ਰਹਿੰਦੇ ਆ ਸੰਸਾਰ ਦੇ ਵਿੱਚ। ਇਸੇ ਨੂੰ ਹੀ ਬਾਬਾ ਜੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ। ਗਰੀਬ ਨਵਾਜ਼ ਸਾਹਿਬ ਨੇ ਆਖਿਆ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈ ਪਾਸ ਹੋਏ ਲੱਦ ਗਏ ਤੂੰ ਅਜੇ ਨਾ ਪਤੀਣੋ ਹੈ। ਇਹ ਇੱਕ ਮੁਸਾਫਰਖਾਨਾ ਹੀ ਆ ਸਾਰਾ ਸੰਸਾਰ, ਇੱਕ ਸਫ਼ਰ ਦੇ ਵਿੱਚ ਹੀ ਹੈ ਤੁਰਿਆ ਹੋਇਆ। ਸਾਰੇ ਇਹ ਸੰਸਾਰ ਇੱਕ ਸਰਾਂ ਦੀ ਤਰ੍ਹਾਂ ਹੀ ਆ, ਪਰ ਸੰਸਾਰ ਹੈ ਤਾਂ ਸਰਾਂ, ਤੇ ਸਰਾਂ ਦੇ ਵਿੱਚ ਵੀ ਬੰਦੇ ਚੰਗੇ ਮਾੜੇ ਆਉਂਦੇ ਹੁੰਦੇ। ਜਿਵੇਂ ਧਾਰਮਿਕ ਸਥਾਨਾਂ ਤੇ ਸਰਾਵਾਂ ਬਣੀਆਂ, ਗੁਰਦੁਆਰੇ ਸਾਹਿਬਾਂ ਦੇ ਵਿੱਚ ਵੀ ਬਣੀਆਂ, ਮੰਦਰਾਂ ਦੇ ਵਿੱਚ ਵੀ ਬਣੀਆਂ, ਜਿੱਥੇ ਮਸੀਤਾਂ ਉੱਥੇ ਵੀ, ਹੋਰ ਵੀ ਥਾਵਾਂ ਥਾਵਾਂ ਤੇ, ਕਈਆਂ ਮੰਦਰਾਂ ਵਿੱਚ ਵੀ ਬਣੀਆਂ ਹੋਈਆਂ ਸਰਾਵਾਂ। ਤੇ ਗੁਰਦੁਆਰੇ ਸਾਹਿਬਾਂ ਵਿੱਚ ਤਾਂ ਵਿਸ਼ੇਸ਼ ਕਰਕੇ ਹੀ ਸਰਾਵਾਂ ਬਣੀਆਂ ਹੋਈਆਂ। ਯਾਤਰੂ ਆਉਂਦੇ ਆ ਯਾਤਰਾ ਕਰਨ ਵਾਸਤੇ, ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ, ਨਮਸਕਾਰਾਂ ਕਰਨ ਵਾਸਤੇ। ਤੇ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ, ਤੇ ਸਾਰੇ ਭਾਵਨਾ ਵਾਲੇ ਨਹੀਂ ਹੁੰਦੇ। ਇਸੇ ਕਰਕੇ ਮਹਾਰਾਜ ਨੂੰ ਇਹ ਬਚਨ ਕਹਿਣਾ ਪਿਆ ਨਾ ਗੁਰਬਾਣੀ ਦੇ ਅੰਦਰ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਏ ਸਹੋਰ।
ਸਰਾਂ ਦੇ ਵਿੱਚ ਬੰਦੇ ਆਉਂਦੇ ਆ, ਮਾਈ ਭਾਈ ਆਉਂਦੇ ਆ, ਕਈ ਤੇ ਹੁੰਦੇ ਆ ਪ੍ਰੇਮੀ ਸ਼ਰਧਾ ਵਾਲੇ, ਉਹ ਸਰਾਂ ਦੇ ਵਿੱਚ ਰਾਤ ਕੱਟਦੇ, 1 ਰਾਤ ਕੱਟਦੇ ਜਾਂ 2 ਰਾਤਾਂ ਕੱਟਦੇ ਆ ਜਾਂ 3 ਰਾਤਾਂ ਕੱਟਦੇ ਆ, ਜਿੰਨਾ ਕੁ ਸਮਾਂ ਮਿਲਦਾ, ਤੇ ਉਹ ਸੇਵਾ ਸਿਮਰਨ ਕਰਦੇ ਆ ਜਿੰਨਾ ਸਮਾਂ ਉਹਨਾਂ ਨੂੰ ਮਿਲੇ। ਜਿੱਥੇ ਸੇਵਾ ਮਿਲ ਗਈ, ਗੁਰੂ ਕੇ ਲੰਗਰ ਵਿੱਚ ਸੇਵਾ ਮਿਲ ਗਈ, ਪ੍ਰਸ਼ਾਦੇ ਪਕਾਉਣ ਦੀ, ਵਰਤਾਉਣ ਦੀ, ਭਾਂਡੇ ਮਾਂਜਣ ਦੀ, ਝਾੜੂ ਫੇਰਨ ਦੀ, ਦਰੀਆਂ ਝਾੜਨ ਦੀ, ਨਾਲੇ ਸੇਵਾ ਕਰਦੇ, ਨਾਲੇ ਸਮੇਂ ਦੇ ਨਾਲ ਬੈਠ ਕਰਕੇ ਬਾਣੀ ਪੜ੍ਹਦੇ, ਕੋਈ ਨਿਤਨੇਮ ਕਰਦੇ, ਕੋਈ ਗੁਰਬਾਣੀ ਦਾ ਨਿਤਨੇਮ ਸੁਣਦੇ ਆ, ਕੋਈ ਕੀਰਤਨ ਸੁਣਦੇ ਆ, ਕੋਈ ਕਥਾ ਸੁਣਦੇ ਆ, ਸਰੋਵਰ ਸਾਹਿਬ 'ਚ ਇਸ਼ਨਾਨ ਕਰਦੇ ਆ, ਦਰਸ਼ਨ ਕਰਦੇ ਆ ਮਹਾਰਾਜ ਸਾਹਿਬ ਦੇ ਸਥਾਨਾਂ 'ਤੇ। ਫਿਰ ਜਿਹੜਾ ਕਮਰਾ ਮਿਲਿਆ ਹੁੰਦਾ ਵਾ ਸਰਾਂ ਦੇ ਵਿੱਚ, ਉਹਦੀ ਸਾਫ਼ ਸਫਾਈ ਰੱਖਦੇ, ਜਾਣ ਲੱਗਿਆ ਫਿਰ ਉੱਥੇ ਝਾੜੂ ਮਾਰ ਕੇ ਇਹ ਸਾਰੇ ਜਿਹੜੇ ਬਿਸਤਰਾ ਹੁੰਦਾ ਵਾ ਉਹਨੂੰ ਚੰਗੀ ਤਰ੍ਹਾਂ ਝਾੜ ਕਰਕੇ ਜਾਂਦੇ। ਇੱਕ ਤਾਂ ਇਸ ਤਰ੍ਹਾਂ ਦੇ ਹੁੰਦੇ, ਤੇ ਉਹ ਬਾਅਦ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ। ਕਹਿੰਦੇ ਵੀ ਆ ਸਰਾਂ ਦੇ ਵਿੱਚ ਆ ਕਮਰਾ ਕਿਸੇ ਨੇ ਲਿਆ ਸੀ, ਯਾਤਰੂ ਨੇ ਬੜੀ ਸਾਫ਼ ਸਫਾਈ ਰੱਖੀ, ਬਹੁਤ ਸਾਫ਼ ਸੁਥਰਾ ਰੱਖਿਆ। ਤੇ ਇੱਕ ਇਸ ਤਰ੍ਹਾਂ ਦੇ ਵੀ ਹੁੰਦੇ ਆ, ਉਹ ਕਮਰਾ ਲੈ ਕਰਕੇ ਰਹਿੰਦੇ ਆ ਤੇ ਇੱਧਰ ਉੱਧਰ ਵਿਚਰ ਕਰਕੇ ਹੀ ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਨਾ ਗੁਰੂ ਦਾ ਦਰਸ਼ਨ ਕੀਤਾ, ਤੇ ਆਪਣਾ ਸਮਾਂ ਜਿਹੜਾ ਹੈ ਉਹ ਵਿਅਰਥ ਹੀ ਗਵਾ ਕਰਕੇ ਤੇ ਕਮਰੇ ਦੇ ਵਿੱਚ ਵੀ ਉਹ ਗੰਦਗੀ ਪਾ ਕਰਕੇ ਉਥੇ ਮੂੰਗਫਲੀ ਚਾਪਲੀ ਛਿੱਲਾਂ ਖਿਲਾਰਤੀਆਂ, ਕੇਲੇ ਖਾ ਕੇ ਛਿੱਲਾਂ ਸੁੱਟਦੀਆਂ, ਹੋਰ ਵੀ ਉਥੇ ਖਲਾਰਾ ਪਾ ਕਰਕੇ ਕਿਤੇ ਸਾਫ਼ ਸਫਾਈ ਕੋਈ ਨਹੀਂ ਕੀਤੀ, ਉਸੇ ਤਰ੍ਹਾਂ ਚਲੇ ਗਏ। ਬਾਅਦ 'ਚ ਜਦੋਂ ਕਮਰਾ ਵੇਖਣ ਵਾਲੇ ਨੇ ਵੇਖਿਆ, ਉਹਨੇ ਕਿਹਾ ਵੀ ਆਹ ਤੇ ਕੋਈ ਯਾਤਰੂ ਤੇ ਨਹੀਂ ਲੱਗਦਾ ਆਇਆ, ਇਹ ਕੋਈ ਸਿਆਣਾ ਤੇ ਨਹੀਂ ਸੀ ਆਇਆ, ਦੇਖੋ ਕਿੰਨਾ ਖਲਾਰਾ ਪਾਇਆ ਹੋਇਆ, ਗੰਦਗੀ ਪਾਈ ਹੋਈ। ਚਲ ਉਹਨੇ ਸਾਫ਼ ਸਫਾਈ ਤਾਂ ਕਰ ਦਿੱਤੀ ਕਰਨ ਵਾਲੇ ਨੇ, ਪਰ ਇੱਕ ਵਾਰੀ ਉਹਦੇ ਮਨ ਵਿੱਚ ਐਸਾ ਖਿਆਲ ਜ਼ਰੂਰ ਆਇਆ। ਇਹ ਹੁੰਦਾ ਸਾਧ ਸੰਗਤ ਜੀ ਦ੍ਰਿਸ਼ਟਾਂਤ, ਇਸ ਸਰਾਂ ਦਾ ਦ੍ਰਿਸ਼ਟਾਂਤ। ਅੰਤਰੀਵ ਭਾਵ ਇਹ ਹੈ ਕਿ ਅਸੀਂ ਸਾਰੇ ਹੀ ਸੰਸਾਰ ਰੂਪੀ ਸਰਾਂ ਤੇ ਆਏ। ਜਿਹੜੇ ਮਨੁੱਖ ਜਪ ਤਪ ਕਰਕੇ ਜਾਂਦੇ ਆ, ਸੇਵਾ ਸਿਮਰਨ ਜ਼ਿੰਦਗੀ ਵਿੱਚ ਕਰਕੇ ਜਾਂਦੇ ਆ, ਉਹ ਸੰਸਾਰ ਦੇ ਵਿੱਚ ਵੀ, ਇੱਥੇ ਵੀ ਉਹਨਾਂ ਦੀ ਸੋਭਾ ਹੁੰਦੀ ਹੈ, ਲੋਕ ਵਿੱਚ ਵੀ, ਤੇ ਉਹਨਾਂ ਦੇ ਜਾਣ ਤੋਂ ਮਗਰੋਂ ਵੀ ਉਹਨਾਂ ਦੀ ਸੋਭਾ ਹੁੰਦੀ, ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ। ਇੱਕ ਉਹ ਹਨ ਜਿਨ੍ਹਾਂ ਨੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ, ਨਾ ਸਿਮਰਨ, ਨਾ ਗੁਰੂ ਕੀ ਸਿੱਖਿਆ ਲਈ ਆਏ, ਉਹ ਵੀ ਸੰਸਾਰ ਰੂਪੀ ਸਰਾਂ ਦੇ ਵਿੱਚ ਹੀ ਆ। ਜਦੋਂ ਚਲੇ ਗਏ ਤੇ ਫਿਰ ਉਹਨਾਂ ਦੀ ਇੱਥੇ ਵੀ ਬਦਖੋਈ ਹੁੰਦੀ। ਕਹਿੰਦੇ ਵੀ ਆਏ ਸੀ, ਕੀ ਕੀਤਾ? ਕਹਿੰਦੇ ਗੰਦਗੀ ਪਾ ਕੇ ਚਲੇ ਗਏ, ਖਲਾਰਾ ਹੀ ਪਾ ਕੇ ਚਲੇ ਗਏ, ਨਾ ਜੀਵਨ ਦੇ ਵਿੱਚ ਸੇਵਾ, ਨਾ ਸਿਮਰਨ ਕੀਤੀ, ਤਾਂ ਇਹ ਖਲਾਰਾ ਪਾ ਕਰਕੇ ਸੰਸਾਰ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਦੀ ਹਾਲਤ ਹੋਈ, ਤੇ ਲੋਕ ਵਿੱਚ ਵੀ ਸੋਭਾ ਨਾ ਹੋਈ ਤੇ ਪਰਲੋਕ ਵਿੱਚ ਵੀ ਸੋਭਾ ਨਾ ਹੋਈ। ਕਈਆਂ ਨੂੰ ਤਾਂ ਸਾਧ ਸੰਗਤ ਜੀ ਬਾਅਦ ਵਿੱਚ ਵੀ ਸਲਾਹਿਆ ਜਾਂਦਾ ਹੈ, ਜਦੋਂ ਸਫ਼ਰ ਕਰਕੇ ਚਲੇ ਗਏ, ਕਹਿੰਦੇ ਵੀ ਬੜਾ ਸੋਹਣਾ ਸਫ਼ਰ। ਉਹਨਾਂ ਦੇ ਨਾਲ ਜਿਨ੍ਹਾਂ ਨੇ ਸਫ਼ਰ ਕੀਤਾ ਉਹ ਵੀ ਕਹਿੰਦੇ ਵੀ ਬਹੁਤ ਚੰਗੇ ਸੁਭਾਅ ਵਾਲੇ ਆਦਮੀ ਮਿਲੇ ਸੀ। ਜਦੋਂ ਸਫ਼ਰ ਕੀਤਾ ਤੇ ਸਫ਼ਰ ਜਿਹੜਾ ਵਾ ਸੌਖਾ ਹੀ ਸਾਰਾ ਤੈਅ ਹੋ ਗਿਆ। ਬੜੇ ਚੰਗੇ ਬਚਨ ਵਿਲਾਸ ਹੋਏ, ਮਹਾਰਾਜ ਸਾਹਿਬ ਜੀ ਦੀਆਂ ਗੱਲਾਂ ਹੋਈਆਂ, ਗੁਰੂ ਸਾਹਿਬ ਦਾ ਇਤਿਹਾਸ, ਗੁਰੂ ਸਾਹਿਬ ਦੇ ਬਚਨ, ਤੇ ਸਾਰਾ ਸਫ਼ਰ ਜਿਹੜਾ ਸੌਖਾ ਹੀ ਕੱਟਿਆ ਗਿਆ। ਜ਼ਿੰਦਗੀ ਇੱਕ ਸਫ਼ਰ ਹੈ, ਇੱਕ ਰਸਤਾ ਹੈ, ਔਰ ਸਾਧ ਸੰਗਤ ਜੀ ਜਿਹੜਾ ਗੁਰੂ ਕੀ ਸਿੱਖਿਆ ਤੇ ਚੱਲ ਕੇ ਇਸ ਸਫ਼ਰ ਨੂੰ ਤੈਅ ਕਰਦਾ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਉਹਦੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸੋਭਾ ਹੁੰਦੀ ਹੈ। ਤਾਂ ਉਹਨਾਂ ਨੂੰ ਅੰਮ੍ਰਿਤ ਬਾਣੀ ਵਿੱਚ ਸਲਾਹਿਆ ਹੈ, ਉਹਨਾਂ ਦੀ ਸਿਫਤ ਕੀਤੀ, ਉਹਨਾਂ ਨੂੰ ਆਖਿਆ ਕਿ ਉਹ ਜਨਮ ਸਵਾਰ ਕੇ ਗਏ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੇੜ ਮੱਲਿਆ। ਉਹ ਸੱਚੀ ਦਰਗਾਹ ਵਿੱਚ ਜਾ ਕੇ ਉਹਨਾਂ ਨੇ ਸੱਚਾ ਪੇੜ ਮੱਲ ਲਿਆ। ਗੁਰਮੁਖਾਂ ਨੇ ਇੱਕ ਮਨ ਮਰਜ਼ੀ ਕਰਨ ਵਾਲੇ ਹਨ। ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਗੱਲ ਆਖੀ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਵੀ ਐਸੇ ਨਾਲੋਂ ਤੇ ਸੂਰ ਹੀ ਚੰਗਾ। ਕਬੀਰ ਸਾਖਤ ਤੇ ਸੂਕਰ ਭਲਾ, ਰਾਖੇ ਆਸ਼ਾ ਗਾਓ। ਕਹਿੰਦੇ ਵੀ ਸਾਖਤ ਨਾਲੋਂ ਤੇ ਸੂਰ ਵੀ ਚੰਗਾ।
ਵੀ ਉਹ ਨਗਰ ਨੂੰ ਸਫਾਈ ਤਾਂ ਰੱਖਦਾ ਹੈ ਨਾ। ਜਿਸ ਮਹੱਲੇ ਵਿੱਚ ਸੂਰ ਰਹਿੰਦਾ ਵਾ ਉਹ ਨਿਆਈਆਂ ਸਾਫ਼ ਕਰ ਦਿੰਦਾ, ਵਾਣੀਆਂ ਸਾਫ਼ ਕਰ ਦਿੰਦਾ, ਉਹ ਗੰਦਗੀ ਖਾ ਜਾਂਦਾ। ਗੰਦਗੀ ਸਾਫ਼ ਕਰਨ ਵਾਸਤੇ ਸੂਰ ਰੱਖੇ ਹੁੰਦੇ। ਕਹਿੰਦੇ ਵੀ ਸਾਖਤ ਇਸ ਕਰਕੇ ਮਾੜਾ ਕਿਉਂਕਿ ਇਹ ਗੰਦਗੀ ਪਾਉਂਦਾ। ਸਾਰੇ ਮੁਹੱਲੇ ਵਿੱਚ ਕਹਿੰਦੇ ਇਹਨੇ ਗੰਦਗੀ ਪਾਈ ਹੋਈ ਸੀ, ਕੋਈ ਕਰਮ ਕਰਦਾ ਸੀ, ਨਸ਼ਿਆਂ ਵਿਸ਼ਿਆਂ ਵਿੱਚ ਗਲਤਾਨ ਸੀ, ਗੰਦਗੀ ਪਾਈ ਹੋਈ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਸ਼ਾ ਗਾਓ। ਉਹ ਸਾਖਤ ਬਪਰਾ ਮਰ ਗਿਆ ਕੋਏ ਨਾ ਲੈ ਹੈ ਨਾਓ। ਕਹਿੰਦੇ ਸੂਰ ਮਰ ਜਾਵੇ, ਲੋਕ ਕਹਿੰਦੇ ਬੜਾ ਮਾੜਾ ਹੋਇਆ, ਨਿਆਈਆਂ ਸਾਫ਼ ਕਰਦਾ ਸੀ, ਹੁਣ ਹੋਰ ਲਿਆਉਣਾ ਪੈਣਾ ਵਾ, ਮਰ ਗਿਆ ਆਪਣੇ ਮਹੱਲੇ ਦਾ ਸੂਰ, ਗੰਦਗੀ ਸਾਫ਼ ਕਰਦਾ। ਕਹਿੰਦੇ ਸਾਖਤ ਮਰ ਜਾਵੇ ਤੇ ਕੋਈ ਨਾਮ ਲੈਣ ਵਾਸਤੇ ਵੀ ਨਹੀਂ ਤਿਆਰ। ਕਹਿੰਦੇ ਚੰਗਾ ਹੋਇਆ ਇਹਨੇ ਗੰਦਗੀ ਪਾਈ ਹੋਈ ਸੀ। ਤੋ ਇਹ ਇੱਕ ਸਫ਼ਰ ਹੈ, ਇੱਕ ਵਾਟ ਹੈ, ਵਾਟ ਵਟਾਊ ਆਵੇ ਜਾਏ। ਮਹਾਰਾਜ ਕਹਿੰਦੇ ਸੰਸਾਰ ਰੂਪੀ ਰਸਤੇ ਤੇ ਜੀਵ ਰੂਪੀ ਰਾਹੀ ਇਹ ਜਨਮ ਲੈ ਕੇ ਆਉਂਦਾ ਹੈ, ਜੀਵਨ ਭੋਗ ਕਰਕੇ ਜਾਏ ਚਲੇ ਜਾਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਆਇਆ ਤੇ ਇੱਕ ਰਾਹੀ ਹੈ, ਇਹ ਰਾਹ ਤੇ ਚੱਲਣ ਵਾਲਾ ਇੱਕ ਮੁਸਾਫਰ ਆਇਆ ਸੰਸਾਰ ਦੇ ਵਿੱਚ ਆਪਣਾ ਸਫ਼ਰ ਤੈਅ ਕਰਨ ਵਾਸਤੇ। ਤੇ ਸਫ਼ਰ ਤਾਂ ਤੈਅ ਕੀਤਾ ਜਾਂਦਾ ਵਾ, ਇਹਨੇ ਮੰਜ਼ਿਲ ਤੇ ਪਹੁੰਚਣਾ ਹੁੰਦਾ। ਹੁਣ ਕੋਈ ਸਫ਼ਰ ਕਰ ਰਿਹਾ ਵਾ, ਰਾਹ ਤੇ ਤੁਰਿਆ ਜਾ ਰਿਹਾ, ਤੇ ਉਹਨੂੰ ਕੋਈ ਪੁੱਛੇ ਭਾਈ ਸਾਹਿਬ ਕਿੱਥੇ ਜਾਣਾ ਤੁਸੀਂ? ਕਹਿੰਦਾ ਜਾਣ ਦਾ ਤੇ ਪਤਾ ਨਹੀਂ ਮੈਨੂੰ, ਪਰ ਤੁਰਿਆ ਜਾ ਰਿਹਾ। ਕਹਿੰਦੇ ਵੀ ਉਤਰਾ ਤੁਰਨ ਦਾ ਕੀ ਫਾਇਦਾ, ਜੇ ਪਤਾ ਹੀ ਨਹੀਂ ਜਾਣਾ ਕਿੱਥੇ ਆ ਤੇ ਫਿਰ ਤੁਰਨ ਦਾ ਕੀ ਲਾਭ ਆ? ਨਹੀਂ ਸਫ਼ਰ ਕਰ ਰਿਹਾ ਵਾ, ਪਤਾ ਨਹੀਂ ਕਿੱਥੇ ਜਾਣਾ। ਕਹਿੰਦੇ ਪਤਾ ਤੇ ਹੋਣਾ ਚਾਹੀਦਾ, ਜੇ ਪਤਾ ਹੀ ਨਹੀਂਗਾ ਤੇ ਫਿਰ ਸਫ਼ਰ ਕਾਹਦੇ ਵਾਸਤੇ ਕਰਦੇ? ਸਾਡੇ ਜੀਵਨ ਦਾ ਵੀ ਮਹਾਰਾਜ ਕਹਿੰਦੇ ਕੋਈ ਮੰਜ਼ਿਲ ਤਾਂ ਹੈ ਹੀ ਆ ਨਾ, ਕੋਈ ਮਕਸਦ ਤਾਂ ਹੈ ਹੀ ਆ, ਕਿਸੇ ਟਿਕਾਣੇ ਤੇ ਤਾਂ ਪਹੁੰਚਣਾ ਹੀ ਆ ਨਾ। ਇਹ ਸਫ਼ਰ ਕਰਨ ਵਾਸਤੇ ਜੀਵਨ ਮਿਲਿਆ, ਕਿਤੇ ਪਹੁੰਚਣ ਵਾਸਤੇ ਮਿਲਿਆ ਨਾ। ਕਿੱਥੇ ਪਹੁੰਚਣਾ ਹੈ? ਮਹਾਰਾਜ ਕਹਿੰਦੇ ਪਰਮੇਸ਼ਰ ਕੋਲੇ ਪਹੁੰਚਣਾ, ਵਾਹਿਗੁਰੂ ਦੇ ਕੋਲੇ ਪਹੁੰਚਣਾ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ। ਇਹ ਗੋਬਿੰਦ ਨਾਲ ਮਿਲਣ ਦੀ ਵਾਰੀ ਹੈ ਤੇ ਬਹੁਤੀ ਗਿਣਤੀ ਵਿੱਚ ਨਹੀਂ ਪਤਾ ਹੈ ਵੀ ਕਿਤੋਂ ਆਏ ਆ ਤੇ ਕਿਤੇ ਜਾਣਾ ਹੈ। ਇਸੇ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਦੂ ਜਗ ਮਹਿ ਆਇਆ। ਇਹ ਮੇਰਿਆ ਸਰੀਰਾ ਉਹ ਕਰਮ ਕੀਤਾ ਤੂੰ ਜਿਸ ਵਾਸਤੇ ਤੂੰ ਸੰਸਾਰ ਵਿੱਚ ਆਇਆ। ਤੈਨੂੰ ਪਤਾ ਮੈਂ ਕੀ ਕਰਨ ਵਾਸਤੇ ਆਇਆ? ਜੇ ਪੁੱਛੋ ਬੰਦੇ ਨੂੰ ਵੀ ਕੀ ਕਰਨ ਵਾਸਤੇ, ਉਹ ਕਹਿੰਦਾ ਖਾਣ ਪੀਣ ਵਾਸਤੇ ਆਏ, ਹੋਰ ਕੀ ਕਰਨਾ ਹੈ ਇੱਥੇ? ਕਹਿੰਦਾ ਖਾਣ ਪੀਣ ਵਾਸਤੇ ਆਏ ਆ, ਖਾ ਲੈਣਾ, ਪੀ ਲੈਣਾ, ਵਧੀਆ ਵਧੀਆ ਕੱਪੜੇ ਪਾ ਲੈਣੇ, ਸੌਂ ਲੈਣਾ। ਕਹਿੰਦਾ ਇਹੀ ਜ਼ਿੰਦਗੀ ਆ, ਆ ਜੱਗ ਮਿੱਠਾ ਹੈ ਅਗਲਾ ਕਿਹਨੇ ਡਿੱਠਾ। ਕਹਿੰਦਾ ਕਿਹਨੇ ਵੇਖਿਆ ਅਗਲਾ ਪਾਸਾ? ਆਹ ਹੀ ਜੀਵਨ, ਆਹ ਹੀ ਜ਼ਿੰਦਗੀ ਆ। ਕਹਿੰਦਾ ਮੌਜ ਮੇਲਾ ਕਰਨ ਵਾਸਤੇ ਆਏ, ਖਾਧਾ ਪੀਤਾ ਹੀ ਇਹ ਲਾਹੇ ਦਾ ਵਾ, ਇਹੀ ਲਾਭ ਆ। ਇਹਨੇ ਆਪਣੀ ਵਿਆਖਿਆ ਕੀਤੀ ਹੋਈ ਆ ਵੀ ਲਾਭ ਆ ਹੀ ਹੈ ਜਿਹੜਾ ਖਾ ਪੀ ਲੈਣਾ, ਕਹਿੰਦਾ ਹੋਰ ਕੁਝ ਵੀ ਨਹੀਂ ਲਾਭ। ਪਰ ਮਹਾਰਾਜ ਕਹਿੰਦੇ ਲਾਭ ਇਹ ਹੈ ਜਿਹੜਾ ਨਾਮ ਜਪ ਲੈਣਾ। ਲਾਭ ਤੈਨੂੰ ਇਹ ਪ੍ਰਾਪਤ ਹੋਏਗਾ ਜਿਹੜਾ ਜ਼ਿੰਦਗੀ ਦੇ ਵਿੱਚ ਤੂੰ ਸੰਗਤ ਕਰਨੀ ਹੈ, ਨਾਮ ਜਪਣਾ, ਇਹ ਲਾਭ ਆ। ਮਨੁੱਖ ਕਹਿੰਦਾ ਖਾਣ ਪੀਣ ਦਾ ਹੀ ਲਾਭ। ਹਾਂ ਖਾਧੇ ਪੀਤੇ ਤੋਂ ਬਿਨਾਂ ਸਰੀਰ ਚੱਲਦਾ ਤੇ ਨਹੀਂ, ਪਰ ਮਕਸਦ ਹੀ ਇਹ ਨਾ ਬਣ ਜਾਵੇ ਵੀ ਸਿਰਫ ਖਾਣ ਪੀਣ ਵਾਸਤੇ ਹੀ। ਸਤਿਗੁਰੂ ਕਹਿੰਦੇ ਆ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦਾ ਭਜਨ ਕਰ। ਤੂੰ ਮੰਜ਼ਿਲ ਤੇ ਪਹੁੰਚਣ ਵਾਸਤੇ ਤੁਰਿਆ, ਤੈਨੂੰ ਮੰਜ਼ਿਲ ਅੱਗੇ ਦਿਸਣੀ ਚਾਹੀਦੀ ਹੈ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਸਰੀਰ ਉਹ ਪ੍ਰਵਾਨ ਹੋਇਆ ਜਿਹਨੇ ਆਪਣਾ ਚਿੱਤ ਸਤਿਗੁਰੂ ਦੇ ਨਾਲ ਜੋੜਿਆ। ਮਹਾਰਾਜ ਕਹਿੰਦੇ ਕਿਆ ਲੈ ਆਇਆ,
ਕਿਆ ਪੱਲੇ ਪਾਏ, ਇਹ ਲੈ ਕੇ ਕੀ ਆਇਆ ਵਾ ਤੇ ਇਹਨੇ ਆ ਕਰਕੇ ਆਪਣੇ ਪੱਲੇ ਵਿੱਚ ਕੀ ਪਾਇਆ ਵਾ। ਹੁਣ ਅਸੀਂ ਆਪਣੇ ਆਪ ਨੂੰ ਵੇਖਣਾ ਨਾ ਵੀ ਅਸੀਂ ਲੈ ਕੇ ਕੀ ਆਏ ਆ ਸੰਸਾਰ ਵਿੱਚ ਤੇ ਪੱਲੇ ਵਿੱਚ ਪਾ ਕੇ ਲੈ ਕੇ ਕੀ ਜਾਣਾ। ਲੈ ਕੇ ਕੀ ਆਏ ਆ ਤੇ ਲੈ ਕੇ ਕੀ ਜਾਣਾ, ਕਿਉਂਕਿ ਜਾਣਾ ਤਾਂ ਹੈ ਹੀ ਆ, ਕੀ ਲੈ ਕੇ ਜਾਵਾਂਗੇ ਨਾਲ। ਆਏ ਆ ਸੰਸਾਰ ਤੇ ਕੀ ਲੈ ਕੇ ਆਏ ਆ। ਇੱਕ ਤਾਂ ਇਹ ਪੱਖ ਮਾਰੇ ਕਹਿੰਦੇ ਵੀ ਨਾਂਗੇ ਆਵਨ ਨਾਂਗੇ ਜਾਣਾ, ਨੰਗਾ ਹੀ ਮਨੁੱਖ ਆਇਆ ਤੇ ਨੰਗਾ ਹੀ ਇਹਨੇ ਚਲੇ ਜਾਣਾ। ਇੱਕ ਇਹ ਵੀ ਬਚਨ ਆਖਿਆ ਗੁਰਬਾਣੀ ਦੇ ਅੰਦਰ। ਕੋਈ ਵੀ ਵੱਡੇ ਤੋਂ ਵੱਡਾ ਜਦੋਂ ਆਉਂਦਾ ਵਾ ਸੰਸਾਰ ਤੇ ਉਹ ਕੱਪੜੇ ਪਾ ਕੇ ਥੋੜਾ ਆਉਂਦਾ, ਕੀ ਉਦੋਂ ਸੁਨੀਲ ਦੇ ਵਸਤਰ ਪਾ ਕੇ ਆਉਂਦਾ। ਉਹ ਜਦੋਂ ਜਨਮ ਹੁੰਦਾ ਬਿਨਾਂ ਕੱਪੜਿਆਂ ਤੋਂ ਹੀ ਆਉਂਦਾ ਨਾ। ਜਿਹੜਾ ਵੀ ਆ, ਭਾਵੇਂ ਕੋਈ ਰਾਜਾ, ਰਾਜੇ ਦੇ ਘਰੇ ਜੰਮਿਆ, ਭਾਵੇਂ ਗਰੀਬ ਦੇ ਘਰੇ ਜੰਮਿਆ, ਮਰਿਆਦਾ ਹੀ ਇਹ ਆ, ਬਿਨਾਂ ਕੱਪੜਿਆਂ ਤੋਂ ਹੀ ਆਉਂਦਾ ਸੰਸਾਰ ਤੇ। ਬਾਅਦ ਵਿੱਚ ਕੱਪੜੇ ਵੀ ਇੱਥੇ ਹੀ ਦਿੱਤੇ ਜਾਂਦੇ ਆ ਸੰਸਾਰ ਦੇ ਵਿੱਚ। ਇਸੇ ਨੂੰ ਆਖਿਆ ਮਹਾਰਾਜ ਕਹਿੰਦੇ ਸੰਸਾਰ ਦੀ ਮਰਿਆਦਾ ਵਾ ਕੱਪੜੇ ਪਾਉਣ ਦੀ, ਪਰ ਇਹ ਬਿਨਾਂ ਮਰਿਆਦਾ ਆਇਆ ਸੰਸਾਰ ਦੇ ਵਿੱਚ। ਨਾ ਮਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਬਿਨਾਂ ਮਰਿਆਦਾ ਤੋਂ, ਇਹਦਾ ਭਾਵ ਵੀ ਇਹ ਹੈ ਵੀ ਨੰਗਾ ਹੀ ਆਇਆ। ਵੀ ਮਰਿਆਦਾ ਵਾ ਸੰਸਾਰ ਦੀ ਕੱਪੜੇ ਪਾਉਂਦੀ, ਸੰਸਾਰ ਦੇ ਵਿੱਚ ਥੋੜਾ ਕੋਈ ਨੰਗਾ ਤੁਰਿਆ ਫਿਰ ਸਕਦਾ। ਸੰਸਾਰ ਦੀ ਮਰਿਆਦਾ ਵਾ ਕੱਪੜੇ ਪਾਉਣ ਦੀ, ਪਰ ਇਹ ਬਿਨਾਂ ਮਰਿਆਦਾ ਆਇਆ। ਨਾ ਮਰਿਆਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਤੇ ਜਦੋਂ ਜਾਣਾ ਉਦੋਂ ਵੀ ਨੰਗਾ ਹੀ ਜਾਂਦਾ। ਉਦੋਂ ਕੱਪੜੇ ਪਾਉਂਦੇ ਤਾਂ ਹੈਗੇ, ਅੱਜ ਕੱਲ੍ਹ ਰਿਵਾਜ ਜਿਹਾ ਚੱਲ ਪਿਆ। ਕਹਿੰਦੇ ਵੀ ਹੈ ਕਾਰਨ ਤਾਂ ਇਹ ਸੀ ਵੀ ਜਿਸ ਵੇਲੇ ਸਰੀਰ ਮ੍ਰਿਤਕ ਹੋ ਜਾਂਦਾ ਵਾ ਤੇ ਉਸ ਵੇਲੇ ਫਿਰ ਥੋੜੇ ਸਮੇਂ ਬਾਅਦ ਹੀ ਸਰੀਰ ਜਿਹੜਾ ਵਾ ਉਹ ਆਕੜ ਜਿਹੀ ਜਾਂਦਾ। ਮੁਰਦਾ ਸਰੀਰ ਜਿਹੜਾ ਉਹ ਜਿੱਥੇ ਬਾਹਾਂ ਖਲੋ ਗਈਆਂ ਉੱਥੇ ਖਲੋ ਗਈਆਂ, ਜਿੱਥੇ ਸਿਰ ਖਲੋ ਗਿਆ ਉੱਥੇ ਖਲੋ ਗਿਆ, ਜਿੱਥੇ ਪੈਰ ਖਲੋ ਗਏ ਉੱਥੇ ਖਲੋ ਗਏ। ਫਿਰ ਉਹ ਲਚਕ ਜੀ ਨਹੀਂ ਵਿੱਚ ਰਹਿੰਦੀ। ਤੇ ਕਈਆਂ ਗੁਰਮੁਖਾਂ ਦਾ ਸਰੀਰ ਤੇ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ, ਕੰਚਨ ਵਰਗੀ ਕਾਇਆ ਕਈਆਂ ਦਾ, ਤੇ ਉਸੇ ਤਰ੍ਹਾਂ ਹੀ ਮੁੜਦਾ ਹਿਲਦਾ ਜੁਲਦਾ ਹੁੰਦਾ ਮੁਰਦਾ ਸਰੀਰ ਵੀ। ਪਰ ਆਮ ਕਰਕੇ ਸੰਸਾਰ ਵਿੱਚ ਉਹ ਆਕੜ ਜੇ ਜਾਂਦਾ ਤੇ ਫਿਰ ਉਹ ਖੁੱਲੇ ਜਿਹੇ ਵਸਤਰ ਪਾ ਦਿੰਦੇ ਆ ਅਖੀਰ ਤੇ, ਜਿਹਨੂੰ ਖੱਫਣ ਕਹਿ ਦਿੰਦੇ ਕਿ ਨਾ ਉਹਨੂੰ ਕੋਈ ਜੇਬ ਲਾਈ ਜਾਂਦੀ ਉਸ ਮੌਕੇ ਤੇ। ਉਹਨੂੰ ਜੇਬ ਕੀ ਲਾਉਣੀ, ਉਹ 'ਚ ਰੁਪਈਏ ਪਾਉਣੇ ਉਹਨੇ। ਉਹ ਸਿੱਧਾ ਜਿਹਾ ਹੁੰਦਾ ਵਾ, ਤਾਂ ਕਰਕੇ ਕਿਹਾ ਜਾਂਦਾ ਨਾ ਵੀ ਖੱਫਣ ਨੂੰ ਜੇਬ ਕੋਈ ਨਹੀਂ ਹੁੰਦੀ। ਉਹ ਸਿੱਧਾ ਜਿਹਾ ਹੁੰਦਾ। ਸਿੱਧਾ ਜਿਹਾ ਤਾਂ ਸੀਤਾ ਜਾਂਦਾ ਵਾ ਵੀ ਉਹ ਪੈ ਜਾਵੇ, ਇਹਦੀਆਂ ਲੱਤਾਂ ਬਾਹਾਂ ਵਿੱਚ ਪੈ ਜਾਣ। ਉਂਝ ਮਰਿਆਦਾ ਦੇ ਵਿੱਚ ਤਾਂ ਇਹ ਹੈ ਵੀ ਜੋ ਗੁਰੂ ਕਾ ਸਿੰਘ ਚੜ੍ਹਾਈ ਕਰੇ ਤੇ ਉਹਦੇ ਜਿਹੜੇ ਵਸਤਰ ਵਾ ਉਹ ਪੂਰੇ ਹੀ ਪਾਏ ਜਾਣ। ਉਹ ਅੰਮ੍ਰਿਤਧਾਰੀ ਸਿੰਘ, ਉਹਦੇ ਪੰਜੇ ਕਕਾਰ ਜਿਹੜੇ ਉਹ ਪੂਰੇ ਹੋਣ, ਉਹਦੇ 'ਚ ਫਿਰ ਕੋਈ ਫਰਕ ਨਾ ਪੈਣ ਦਿੱਤਾ ਜਾਵੇ। ਸਿੰਘਾਂ ਦੀ ਮਰਿਆਦਾ ਇਹ ਹੈ, ਖਾਲਸੇ ਦੀ ਮਰਿਆਦਾ। ਪਰ ਇਹ ਵੀ ਅਖੀਰ ਤੇ ਵੀ ਉਹ ਵਸਤਰ ਉਦੋਂ ਉਹ ਅਗਨ ਦੇ ਵਿੱਚ ਹੀ ਸੜ ਜਾਂਦੇ, ਜਿਹੜਾ ਮਰਜ਼ੀ ਪਾ ਲਓ। ਕਾਇਆ ਨੇ, ਕਾਇਆ ਰੂਪੀ ਵਸਤਰ ਵੀ ਤਾਂ ਅੱਗ ਵਿੱਚ ਹੀ ਸੜ ਜਾਣਾ, ਬਾਹਰਲੇ ਵਸਤਰ ਵੀ ਸੜ ਜਾਂਦੇ ਆ ਅੱਗ ਦੇ ਵਿੱਚ ਹੀ। ਵੀ ਅੱਗੇ ਕਿਹੜਾ ਉਦੋਂ ਨਾਲ ਜਾਂਦੇ ਆ ਵਸਤਰ। ਇਸ ਤਰ੍ਹਾਂ ਦੀ ਹਾਲਤ। ਤਾਂ ਸਤਿਗੁਰੂ ਕਹਿੰਦੇ ਆ ਵੀ ਲੈ ਕੇ ਨਾਲ ਕੀ ਆਇਆ ਤੇ ਇਹਨੇ ਆਪਣੇ ਪੱਲੇ ਵਿੱਚ ਕੀ ਪਾਇਆ, ਕੀ ਲੈ ਕੇ ਜਾਣਾ। ਅਸੀਂ ਸਾਰੇ ਸਾਧ ਸੰਗਤ ਜੀ ਲੈ ਕੇ ਆਏ ਆ ਸਵਾਸਾਂ ਦੀ ਪੂੰਜੀ। ਸਵਾਸਾਂ ਦੀ ਪੂੰਜੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਤੇ ਐਂ ਗਿਣ ਗਿਣ ਕੇ ਦਿੱਤੇ ਸਵਾਸ, ਪੂਰੇ ਗਿਣ ਕੇ ਦਿੱਤੇ ਹੋਏ ਆ। ਤੇ ਜਿੰਨੇ ਦਿੱਤੇ ਆ ਨਾ, ਜਿਸ ਦਿਨ ਤੋਂ ਜਨਮ ਹੋ ਗਿਆ ਉਸ ਦਿਨ ਤੋਂ ਘਟਣ ਲੱਗ ਪੈਂਦੇ। ਇਸ ਨੂੰ ਮਹਾਰਾਜ ਨੇ ਆਖਿਆ ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ, ਜੀਵਨ ਲੋ ਰਹਿ ਭਰਮ ਮੋਹ, ਨਾਨਕ ਤੇਉ ਗਵਾਰ। ਤੇ ਪੱਲੇ ਵਿੱਚ ਉਹ ਪਾ ਕੇ ਲੈ ਕੇ ਜਾਵਾਂਗੇ ਜੋ ਸਾਰੀ ਜ਼ਿੰਦਗੀ ਕਮਾਇਆ ਅਸੀਂ। ਜੇ ਨਾਮ ਜਪਿਆ ਹੈ ਤੇ ਨਾਮ ਸਾਡੇ ਪੱਲੇ 'ਚ ਪੈ ਜਾਣਾ, ਨਾਮ ਲੈ ਕੇ ਜਾਵਾਂਗੇ। ਜੇ ਸਾਰੀ ਜ਼ਿੰਦਗੀ ਝੂਠ ਬੋਲਦੇ ਰਹੇ ਆ, ਨਿੰਦਿਆ ਕਰਦੇ ਰਹੇ ਆ, ਚੁਗਲੀ ਕਰਦੇ ਰਹੇ ਆ, ਈਰਖਾ ਕਰਦੇ ਰਹੇ ਹਾਂ, ਚੋਰੀ ਜਾਰੀ ਠੱਗੀ ਮਾਰਦੇ ਰਹੇ ਆ, ਫਿਰ ਉਹ ਪੱਲੇ 'ਚ ਪੈ ਜਾਣਾ ਤੇ ਉਹ ਨਾਲ ਜਾਣਾ। ਇਸ ਨੂੰ ਦੋਹਾਂ ਹਿੱਸਿਆਂ 'ਚ ਮਹਾਰਾਜ ਨੇ ਗੁਰਬਾਣੀ 'ਚ ਇਸ ਤਰ੍ਹਾਂ ਵੰਡਿਆ ਹੈ, ਚੰਗਿਆਈਆਂ ਤੇ ਬੁਰਾਈਆਂ। ਸ਼ਲੋਕ 'ਚ ਆਪਾਂ ਪੜ੍ਹਦੇ ਆ ਨਾ, ਮਹਾਰਾਜ ਸਾਹਿਬ ਕਹਿੰਦੇ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਆਪੋ ਆਪਣੇ ਕਰਮ ਨਾਲ ਲੈ ਕੇ ਜਾਣੇ, ਨਾਲ ਨਾ ਸਾਡਾ ਸਰੀਰ ਜਾਣਾ। ਆ ਬਾਹਰਲਾ ਸਥੂਲ ਸਰੀਰ ਨਹੀਂ ਜਾਣਾ, ਅੰਦਰ ਵਾਲਾ ਤੇ ਜਾਂਦਾ ਜ਼ਰੂਰ ਅੱਗੇ।
ਸੂਖਮ ਸਰੀਰ ਅੱਗੇ ਜਾਂਦਾ ਵਾ, ਲੇਖਾ ਹਿਸਾਬ ਕਿਤਾਬ ਉਹਦੇ ਤੋਂ ਹੀ ਪੁੱਛਿਆ ਜਾਂਦਾ। ਬਾਹਰ ਵਾਲਾ ਤਾਂ ਇੱਥੇ ਸੜ ਜਾਂਦਾ, ਇਹਦੇ ਵਿੱਚ ਵੀ ਹੈਗਾ, ਉਹਨੂੰ ਅੱਗੇ ਜਾਣਾ ਪੈਂਦਾ। ਉਸੇ ਨੂੰ ਜਮਦੂਤ ਫੜਦੇ ਆ, ਜੇ ਬੰਦਗੀ ਵਾਲਾ ਤੇ ਉਸੇ ਨੂੰ ਫਿਰ ਜਮਦੂਤ ਨਮਸਕਾਰਾਂ ਵੀ ਕਰਦੇ ਆ। ਜੇ ਬੰਦਗੀ ਤੋਂ ਬਿਨਾਂ ਹੈ ਤੇ ਫਿਰ ਉਹਨੂੰ ਅੱਗੇ ਜਾਣਾ ਪੈਂਦਾ। ਉਹ ਚੰਗੇ ਮਾੜੇ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਇਸੇ ਨੂੰ ਆਸਾ ਕੀ ਵਾਰ ਚ ਮਹਾਰਾਜ ਨੇ ਇਸ ਤਰ੍ਹਾਂ ਵੀ ਆਖਿਆ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕੱਪੜੇ ਇੱਥੇ ਛੱਡ ਜਾਣੇ ਆ, ਰੂਪ ਸੁਹਾਵਣਾ ਇੱਥੇ ਛੱਡ ਜਾਣਾ, ਦੇਹ ਇੱਥੇ ਰਹਿ ਜਾਣੀ ਆ, ਪਰ ਅੱਗੇ ਵੀ ਜਾਣਾ ਵਾ ਨਾਲ। ਅੰਦਰਲੇ ਨੂੰ ਅੱਗੇ ਜਾਣਾ ਪੈਣਾ। ਜਿਹੜਾ ਸਾਡਾ ਅੰਦਰਲਾ ਅੱਗੇ ਕਈਆਂ ਜੂਨਾਂ ਵਿੱਚ ਭਟਕਦਾ ਰਿਹਾ, ਭਰਮਦਾ ਰਿਹਾ, ਉਸੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਉਸੇ ਨੂੰ ਮਾਰੇ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਵੀ ਚਿਰ ਕਾਲ ਬਾਅਦ ਤੈਨੂੰ ਮਨੁੱਖਾ ਦੇਹ ਮਿਲੀ ਆ। ਇਹਦੇ ਵਿੱਚ ਵੀ ਜੇ ਤੂੰ ਚੰਗੇ ਕਰਮ ਨਾ ਕੀਤੇ ਤੇ ਫਿਰ ਅੱਗੇ ਜਿਹੜਾ ਹੈ ਨਾ ਮੰਦਾ ਚੰਗਾ ਤੈਨੂੰ ਆਪਣਾ ਆਪੇ ਕੀਤਾ ਪਾਉਣਾ ਪੈਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਾਹੇ ਭੀੜੈ ਅੱਗੇ ਜਾਵਣਾ। ਇੱਥੇ ਮਨ ਭਾਉਂਦੇ ਹੁਕਮ ਕੀਤੇ ਆ, ਪਰ ਅੱਗੇ ਨਹੀਂ ਮਨ ਭਾਉਂਦੇ ਹੁਕਮ ਚੱਲਣੇ। ਉੱਥੇ ਅਗਲੇ ਡੰਡਾ ਮਾਰ ਕੇ ਅੱਗੇ ਲਾ ਲੈਂਦੇ। ਗਲ ਸੰਗਲ ਸਿਰ ਮਾਰੇ ਉਭਾਓ। ਇੱਥੇ ਮਨ ਭਾਉਂਦੇ, ਮਨ ਮਰਜ਼ੀ ਕਰਦਾ ਰਿਹਾ, ਹੁਕਮ ਕਰਦਾ ਰਿਹਾ। ਹੁਕਮ ਕੀਏ ਮਨ ਭਾਵਦੇ ਰਾਹੇ ਭੀੜੈ ਅੱਗੇ ਜਾਵਣਾ। ਅੱਗੇ ਭੀੜੇ ਰਾਹ ਥਾਣੀ ਜਾਣਾ ਪੈਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਨਗਨ ਹੋ ਕੇ ਜਦੋਂ ਦੋਜਕ ਨੂੰ ਨਰਕਾਂ ਨੂੰ ਚੱਲਿਆ ਤੇ ਫਿਰ ਬੜਾ ਡਰਾਉਣਾ ਲੱਗਦਾ, ਕਿਉਂਕਿ ਨਾਮ ਨਹੀਂ ਜਪਿਆ। ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਨ ਨਾਓ। ਐਥੈ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ। ਇੱਥੇ ਵੀ ਘਣੇ ਦੁੱਖ, ਅੱਗੇ ਵੀ ਥਾਂ ਟਿਕਾਣਾ ਕੋਈ ਨਹੀਂ ਮਿਲਦਾ। ਨੰਗਾ ਦੋਜਕ ਚਾਲਿਆ, ਦੋਜਕ ਕਹਿੰਦੇ ਨਰਕਾਂ ਨੂੰ, ਨਰਕਾਂ ਨੂੰ ਤੁਰ ਪਿਆ ਤਾਂ ਦਿਸੈ ਖਰਾ ਡਰਾਵਣਾ। ਕਾਰਿ ਔਗਣ ਪਛੋਤਾਵਣਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਵਿਚਾਰ ਕਰੋ, ਲੈ ਕੇ ਕੀ ਆਇਆ ਹੈ ਤੇ ਪੱਲੇ ਵਿੱਚ ਕੀ ਪਾ ਕੇ ਜਾਣਾ। ਇਹ ਦੁਨੀਆ ਦੇ ਪਦਾਰਥ ਨਾ ਤੂੰ ਨਾਲ ਲੈ ਕੇ ਆਇਆ, ਨਾ ਇਹਨਾਂ ਨੂੰ ਨਾਲ ਲੈ ਕੇ ਜਾਣਾ। ਇਹ ਤੇ ਸਭ ਕੁਝ ਇੱਥੇ ਰਹਿ ਜਾਣਾ। ਸਵਾਸਾਂ ਦੀ ਪੂੰਜੀ ਨਾਲ ਲੈ ਕੇ ਆਇਆ, ਪਰਾਲਬਧ ਨਾਲ ਲੈ ਕੇ ਆਇਆ, ਤੇ ਆਪਣੇ ਪੱਲੇ ਜਿਹੋ ਜਿਹੇ ਕਰਮ ਕਰੇਗਾ ਉਹ ਪਾ ਕੇ ਚਲੇ ਜਾਵੇਂਗਾ। ਜੇ ਤੂੰ ਸਤ ਸੰਗਤ ਕਰਕੇ ਨਾਮ ਜਪ ਲਿਆ ਨਾ ਆਪਣੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ, ਤੇ ਫਿਰ ਕਰਮਾਂ ਦਾ ਲੇਖਾ ਸਾਫ਼ ਹੋ ਜਾਵੇਗਾ। ਫਿਰ ਨਾਮ ਜਾਵੇਗਾ ਤੇਰੇ ਨਾਲ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਨ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਇਹ ਭਾਈ ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਕੇ ਨਾਮ ਜਪੋ ਤਾਂ ਫਿਰ ਕਨੇਰੇ ਸੁਖ ਪ੍ਰਾਪਤ ਹੋਣਗੇ। ਫਿਰ ਇਹ ਦਾਤ ਮਿਲੇਗੀ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ। ਫਿਰ ਬਖਸ਼ਿਸ਼ ਹੋਵੇਗੀ ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ
नाम गोबिंद का सदा लीजै मिटह कमाणे पाप चिराणे साध संगत मेल मोआ जीजै। मारे कहंदे विचार के वेखो लैके की आया है ते की पल्ले पा के लैके जावेगा। जे नाम नहीं जपेगा ते नाम तो बिना सब थावां ते तैनू टोटा ही पैना है, घाटा ही पैना है। लोक विच भी घाटा, परलोक विच भी घाटा। नाम तो बिना भावें तू दुनिया का राजा भी बन जावे ना, जे नाम नहीं जपदा ते घाटा ही पिया तेरे पल्ले। सतगुरु जी ने बचन कीते, हर बिसरत सदा खुआरी ताको धोखा कहा व्यापै जाको ओट तुहारी। बिन सिमरन जो जीवन बलना सर्प जैसे अरजारी। नव खंडन को राज कमावै अंत चलै गो हारी। नाम तो बिना सदा खुआरी होवेगी, भावें नौवां खंडां दी सारी धरती दा तू राजा भी बन जावे ना ते जित के नहीं गया, जीवन सफल नहीं होया। दुनिया दी नज़र विच तू राजा है पर वाहिगुरू दी निगाह दे विच तू भिखारी बनिया होया, क्योंकि नाम नहीं अंत नूं हार के जावेगा जीवन दी बाजी। इस करके सतगुरु कहंदे नाम तो बिना सब थावां ते लोक विच भी घाटा, परलोक विच भी टोटा ही पिया रहिंदा है। लाहा उस जीव नूं मिलदा है नाम दा जदों महाराज साहब जी बुझा देंदे, सतगुरु जी दी शरण विच पा के सत संगत विच लिया के ते जीव नूं बूझ दे देंदे ना, समझ दे देंदे आ, अपना हुक्म समझा देंदे, अपनी सिक्ख्या समझा देंदे। नानक हुक्मै जे बुझै तां हौमै कहे ना कोई। फिर हुक्म नूं बुझ लैंदा, फिर हौमे दीयां गल्लां बातां नहीं करदा, फिर नाम जपदा है। उस वेले लाहा मिलदा जदों सतगुरु जी आप सत संगत विचों समझा देंदे हन। महाराज कहंदे भी जो वणज करना है, वपार करना है, वपार नूं वणजना है, विहाजना है। ये वणजदा है वपारी बन के, वपारी बन करके वपार करदा है दुनिया च। कई तरह का वपार चलदा संसार दे विच साध संगत जी। कोई एक तरह का वपार है, इत्थे लोहे का भी वपार हुंदा, सोने का भी वपार हुंदा, चांदी का भी वपार हुंदा, सब्जियां का भी वपार हुंदा, फलां फ्रूटां का भी वपार हुंदा, जमीनां का भी वपार हुंदा, हाथियां घोड़ियां का भी वपार हुंदा, मੱਝਾਂ गावां का भी वपार हुंदा। कई तरह के वपारी आ, तां वपारी बन करके जीव वपार करते आ। कोई लौंग लाचियां का वपार करता है, किन्ही बनजिया कांसी तांबा, किन्ही लौंग सुपारी। संतों बनजिया नाम गोबिंद का ऐसी खेप हमारी। हर के नाम के व्यापारी, पर नाम दे व्यापारी विरले विरले आ। नाम दे व्यापारी, बाकी सारे व्यापारी मिल जाणगे, जमीनां दे व्यापारी बहुते मिल जाणगे, मੱਝਾਂ गावां दे व्यापारी बहुते मिल जाणगे, हरेक पदार्थ का व्यापारी बहुता मिल जाएगा। पर सतगुरु जी ने आख्या कि जिहड़ा नाम का व्यापार है ना, इहो व्यापार विरला व्यापार है। नानक ताके सद बलिहार है। ये कोई विरला ही व्यापार का है, उहदे तो सदा बलिहार जाइए जिहड़ा नाम का व्यापारी है। तां गरीब नवाज सतगुरु कहंदे भाई ये जीव आया तो ये व्यापारी बन के ही आ संसार दे विच। इहनूं पूंजी मिली हुई है स्वासां दी पूंजी नाल, स्वासां दी पूंजी खर्च के इहने नाम का व्यापार करना है। पर ये स्वासां रूपी पूंजी नाम विहाजन विच नहीं लाउंदा। बिना नाम तो होर पासे स्वास जिहड़े इहदे चलदे आ, खाण पीण दे विच, पहिनण दे विच। जिन्नी साडी जिंदगी अद्धा हिस्सा जिंदगी दा ते सौण च ही लंघ जांदा ना, अद्धी जिंदगी तां सौण विच ही लंघ गई, कुछ कार विहार विच लग जांदी है। इस करके नाम दे विच तां जिन्ने सवास खर्च होणगे उही सफले आ साध संगत। सवास तां लगातार चली जा रहे आ, लगातार जदों तो जन्म होया आखिरी साह तक। पर ये नाम जिन्हां व्यापारियां ने नाम विहाजन विच अपने सवास लाए, उन्हां दे सवास सफले हो गए। विण नावै कैसी पत सारी।
ਨਾਮ ਤੋਂ ਬਿਨਾਂ ਇਸ ਜੀਵ ਦੀ ਸਾਰੀ ਪੱਤ ਕਿਵੇਂ ਹੋਵੇਗੀ, ਸਾਰੀ ਸ੍ਰੇਸ਼ਟ ਪੱਤ ਇਹਨੂੰ ਕਿਵੇਂ ਮਿਲੇਗੀ, ਸ੍ਰੇਸ਼ਟ ਇੱਜ਼ਤ ਇਹਨੂੰ ਕਿਵੇਂ ਮਿਲੇਗੀ। ਨਾਮ ਤੋਂ ਬਿਨਾਂ ਜਿੰਨੀ ਇੱਜ਼ਤ ਮਹਾਰਾਜ ਕਹਿੰਦੇ ਉਹ ਸ੍ਰੇਸ਼ਟ ਇੱਜ਼ਤ ਨਹੀਂ ਹੈ, ਉਹ ਝੂਠੀ ਇੱਜ਼ਤ ਹੈ। ਤੇ ਸੱਚੀ ਇੱਜ਼ਤ ਪੱਤ ਇਹਨੂੰ ਉਸ ਵੇਲੇ ਮਿਲਦੀ ਜਦੋਂ ਇਹ ਨਾਮ ਨਾਲ ਜੁੜਦਾ। ਫਿਰ ਨਾਮ ਨਾਲ ਜੁੜ ਕਰਕੇ ਲੋਕ ਵਿੱਚ ਵੀ ਇਹਦੀ ਇੱਜ਼ਤ ਆ ਤੇ ਪਰਲੋਕ ਵਿੱਚ ਵੀ ਇਹਦੀ ਇੱਜ਼ਤ ਹੁੰਦੀ ਆ। ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ। ਫਿਰ ਤਾਂ ਇਹਦੇ ਅੱਗੇ ਜਮਦੂਤ ਵੀ ਹੱਥ ਜੋੜ ਕੇ ਖਲੋਂਦੇ ਆ ਤੇ ਧਰਮ ਰਾਜਾ ਵੀ ਨਮਸਕਾਰਾਂ ਕਰਦਾ ਵੀ ਨਾਮ ਜਪਣ ਵਾਲਾ ਕੋਈ ਆਇਆ, ਗੁਰਮੁਖ ਬੰਦਗੀ ਵਾਲਾ ਆਇਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਵਿਣ ਨਾਵੇ ਕੈਸੀ ਪੱਤ ਸਾਰੀ। ਨਾਮ ਤੋਂ ਬਿਨਾਂ ਇਹਦੀ ਸ੍ਰੇਸ਼ਟ ਪੱਤ ਕੈਸੀ ਕਿਵੇਂ ਹੋਵੇਗੀ, ਕੈਸੀ ਇਹਦੀ ਪੱਤ ਹੋਵੇਗੀ, ਨਹੀਂ ਹੋਵੇਗੀ ਇਹਦੀ ਪੱਤ। ਨਾਮ ਹੀ ਇੱਜ਼ਤ ਦੇਣ ਵਾਲਾ ਹੈ, ਨਾਮ ਹੀ ਪੱਤ ਦੇਣ ਵਾਲਾ ਹੈ, ਲੋਕ ਤੇ ਪ੍ਰਲੋਕ ਵਿੱਚ ਨਾਮ ਹੀ ਪਰਦੇ ਕੱਜਣ ਵਾਲਾ ਹੈ। ਇਸ ਕਰਕੇ ਸਾਡੀ ਸਵਾਸਾਂ ਦੀ ਪੂੰਜੀ ਅਜਾਈ ਨਾ ਚਲੇ ਜਾਵੇ, ਇਹ ਨਾਮ ਜਪਦਿਆਂ ਖਰਚ ਹੋਵੇ। ਇਹਨਾਂ ਸਵਾਸਾਂ ਦੇ ਨਾਲ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਹ ਦਮ ਕਿਤੇ ਦਮੜਿਆਂ ਵਿੱਚ ਹੀ ਨਾ ਖਰਚੇ ਜਾਣ ਸਾਰੇ। ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਇਹ ਦਮੜੇ, ਇਹ ਨਾਮ ਦੇ ਵਿੱਚ ਸਾਡੇ ਦਮ ਜਿਹੜੇ ਇਹ ਖਰਚ ਹੋਣ ਤਾਂ ਇਹ ਸਾਡੇ ਦਮ, ਸਾਡੇ ਸਵਾਸ ਸਫਲੇ ਹੋਣਗੇ। ਗੁਰੂ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। 16ਵੀਂ ਪੌੜੀ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਣਜਵਾ ਪਾਰ ਵਣਜੈ ਵਾਪਾਰੀ, ਬਿਨ ਨਾਵੇ ਐਸੀ ਪੱਤ ਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।